ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਝਬਾਲ ਦੇ ਵਿੱਚ 1725 ਦੇ ਵਿੱਚ ਇੱਕ ਪਰਿਵਾਰ ਦੇ ਵਿੱਚ ਬੱਚੇ ਦਾ ਜਨਮ ਹੋਇਆ। ਨਾਮ ਬਘੇਲਾ ਰੱਖਿਆ ਗਿਆ। ਥੋੜਾ ਵੱਡਾ ਹੋਇਆ, ਅੰਮ੍ਰਿਤ ਛਕਿਆ, ਖੰਡੇ ਬਾਟੇ ਦੀ ਪਾਹੋ ਲਈ ਨਾਮ ਬਘੇਲ ਸਿੰਘ ਰੱਖਿਆ ਗਿਆ। ਪਰਿਵਾਰ ਦੇ ਵਿੱਚ ਭਰਾਵਾਂ ਦੇ ਨਾਲ ਕੋਈ ਤਫਰਕਾ ਪੈਦਾ ਹੋਏ, ਪਰਿਵਾਰ ਨੂੰ ਛੱਡ ਕੇ ਕਰੋੜ ਸਿੰਘੀਆ ਮਿਸਲ ਦੇ ਵਿੱਚ ਆ ਗਏ। ਕਰੋੜ ਸਿੰਘੀਆ ਮਿਸਲ ਦੇ ਬਾਰੇ ਥੋੜਾ ਜਿਹਾ ਦੱਸ ਦੇਵਾਂ। ਨਵਾਬ ਕਪੂਰ ਸਿੰਘ ਸਿੱਖ ਕੌਮ ਦੇ ਪਹਿਲੇ ਨਵਾਬ, ਤੇ ਜਿਸ ਵੇਲੇ ਨਵਾਬੀ ਦੀ ਬਖਸ਼ਿਸ਼ ਹੋਈ ਹੈ, ਤਿੰਨ ਚੀਜ਼ਾਂ ਆਪਣੇ ਸਾਹਮਣੇ ਧਿਆਨ ਦੇ ਵਿੱਚ ਰੱਖਿਓ। ਸਾਡੀ ਕੌਮ ਦੇ ਵਿੱਚ ਓਪੀਨੀਅਨ ਮੇਕਿੰਗ ਪਾਵਰ, ਨਜ਼ਰੀਆ ਨਿਰਧਾਰਨ ਸਮਰੱਥਾ ਕਿੰਨੀ ਜ਼ਿਆਦਾ ਸੀ। ਅਪ੍ਰੈਲ 1733 ਦਾ ਦਿਨ, 2 ਵਿਸਾਖ ਦੀ ਗੱਲ, ਜ਼ਕਰੀਆ ਖਾਨ ਦੇ ਵਿੱਚ ਤੇ ਹਿੰਦੁਸਤਾਨ ਦੇ ਬਾਹਰੋਂ ਆਏ ਹਮਲਾਵਰ ਦੇ ਵਿੱਚ ਗੱਲਬਾਤ ਚੱਲਦੀ ਹੈ। ਉਸ ਗੱਲਬਾਤ ਦੇ ਵਿੱਚ ਇੱਕ ਸਵਾਲ ਕਰਦਾ ਹੈ, ਕਹਿੰਦਾ ਇਹ ਕੌਣ ਨੇ ਜਿਹੜੇ ਸਾਨੂੰ ਰਸਤੇ 'ਚ ਲੁੱਟਦੇ ਨੇ? ਉਹ ਕਹਿੰਦਾ ਸਿੱਖ ਨੇ। ਕਹਿੰਦਾ ਰਹਿੰਦੇ ਕਿੱਥੇ ਨੇ? ਕਹਿੰਦਾ ਜੰਗਲਾਂ ਦੇ ਵਿੱਚ। ਵਿਸ਼ਰਾਮ ਕਿੱਥੇ ਕਰਦੇ ਨੇ? ਕਹਿੰਦਾ ਘੋੜੇ ਦੀਆਂ ਕਾਠੀਆਂ ਤੇ ਵੀ ਸੌ ਲੈਂਦੇ ਨੇ। ਕਹਿੰਦਾ ਖਾਂਦੇ ਕੀ ਹੈ? ਕਹਿੰਦਾ ਰੁੱਖਾਂ ਦੇ ਪੱਤੇ ਖਾ ਕੇ ਵੀ ਗੁਜ਼ਾਰਾ ਕਰ ਲੈਂਦੇ ਨੇ। ਕਹਿੰਦਾ ਇਹਨਾਂ ਨੂੰ ਰਸਤ ਕੌਣ ਪਹੁੰਚਾਉਂਦਾ ਹੈ? ਕਹਿੰਦਾ ਮੈਨੂੰ ਇਹ ਤਾਂ ਨਹੀਂ ਪਤਾ ਰਸਤ ਕੌਣ ਪਹੁੰਚਾਉਂਦਾ ਹੈ, ਪਰ ਮੈਂ ਤੈਨੂੰ ਇਹ ਦੱਸ ਸਕਦਾ ਇਹ ਖਾਂਦੇ ਕਿਵੇਂ ਨੇ। ਕਹਿੰਦਾ ਕਿਵੇਂ? ਕਹਿੰਦਾ ਲੰਗਰ ਤਿਆਰ ਕਰਦੇ ਨੇ, ਜਦੋਂ ਲੰਗਰ ਬਣ ਜਾਂਦਾ ਨਗਾਰਾ ਵਜਾਉਂਦੇ ਨੇ, ਤੇ ਇੱਕ ਸਿੱਖ ਉੱਚੀ ਆਵਾਜ਼ ਦੇ ਵਿੱਚ ਕਹਿੰਦਾ, ਪੰਥ ਪ੍ਰਕਾਸ਼ ਦੇ ਸ਼ਬਦ ਨੇ, ਭੂਖਾ ਦੇਤ ਆਵਾਜ਼ਾਂ ਕੋਈ, ਆਓ ਦੇਗ ਤਿਆਰ ਗੁਰ ਹੋਈ। ਜਿਸ ਨੇ ਵੀ ਛਕਣਾ ਹੈ ਆ ਕੇ ਛਕ ਲਵੇ, ਸਾਡਾ ਲੰਗਰ ਤਿਆਰ ਹੈ, ਦੁਸ਼ਮਣ ਨੂੰ ਵੀ ਸਵਾਗਤ ਹੈ। ਬੜੀ ਜ਼ੋਰ ਦੀ ਹੱਸਿਆ। ਹੱਸ ਕੇ ਜ਼ਕਰੀਆ ਖਾਨ ਨੂੰ ਸਵਾਲ ਕਹਿੰਦਾ, ਕਮਲੇ ਨੇ ਦੁਸ਼ਮਣ ਨੂੰ ਵੀ ਸੱਚਮੁੱਚ ਛਕਾ ਲੈਂਦੇ ਨੇ? ਕਹਿੰਦਾ ਹਾਂ। ਕਹਿੰਦਾ ਜੇ ਦੁਸ਼ਮਣ ਛਕਣ ਆ ਜਾਵੇ ਲੰਗਰ ਦੇ ਵਿੱਚ, ਕਹਿੰਦਾ ਪਿਆਰ ਨਾਲ ਛਕਾਉਂਦੇ ਨੇ। ਕਹਿੰਦਾ ਜੇ ਸਾਰਾ ਹੀ ਛਕ ਜਾਵੇ? ਕਹਿੰਦਾ ਬੱਚੇ ਤੋਂ ਦਾਣਾ ਆਪ ਖਲੇ ਹੈ, ਨਹੀਂ ਤਾਂ ਲੰਗਰ ਮਸਤ ਬਦੇ। ਜੇ ਕਿਤੇ ਇੱਕ ਦਾਣਾ ਬਚ ਜਾਵੇ ਤੇ ਆਪ ਖਾ ਲੈਂਦੇ ਨੇ, ਨਹੀਂ ਤੇ ਕਹਿ ਦਿੰਦੇ ਨੇ ਲੰਗਰ ਮਸਤਾਨਾ ਹੋ ਗਿਆ। ਅਗਲਾ ਸਵਾਲ ਉਹ ਕਰਦਾ ਹੈ, ਕਹਿੰਦਾ ਇਹਨਾਂ ਦਾ ਆਗੂ ਕੌਣ ਹੈ? ਕਹਿੰਦਾ ਆਗੂ ਤਾਂ ਇਹਨਾਂ ਦਾ ਗੁਰੂ ਗ੍ਰੰਥ ਸਾਹਿਬ ਹੈ, ਪਰ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਪਰਨਾਏ ਹੋਏ ਇਹ ਸਿੱਖ ਸ਼ਹਿਨशाह ਖੁਦ ਹੀ ਕੋ ਭਗਤ, ਕਾਨ ਨਾ ਕਾਹੂ ਕੀਏ ਰਾਖਤ। ਜਿਹੜਾ ਵੀ ਸਿੱਖ ਮੈਦਾਨੇ ਜੰਗ ਦੇ ਵਿੱਚ ਘੋੜੇ ਤੇ ਸਵਾਰ ਹੋ ਕੇ ਜਾਂਦਾ, ਆਪਣੀ ਜ਼ਿੰਮੇਵਾਰੀ ਨੂੰ ਸਮਝਦਾ। ਕਹਿੰਦਾ ਇਹ ਕਿਹੜੇ ਗੁਰੂ ਨੇ ਇਹਨਾਂ ਦੇ ਵਿੱਚ ਇਹ ਸਪਿਰਿਟ ਭਰ ਦਿੱਤੀ ਹੈ? ਕਹਿੰਦਾ ਮੁਰਸ਼ਿਦ ਇਨਕਾ ਵਲੀ ਭਇਓ ਹੈ, ਇਨਕੋ ਆਪੇ ਹਯਾਤ ਦਿਓ। ਇਹਨਾਂ ਦਾ ਗੁਰੂ ਐਸਾ ਮੁਰਸ਼ਿਦ ਹੋਇਆ ਜਿਸ ਨੇ ਇਹਨਾਂ ਨੂੰ ਆਪੇ ਹਯਾਤ ਦੇ ਰੂਪ 'ਚ 2 ਸੋਮੇ ਦੇ ਦਿੱਤੇ। ਇੱਕ ਤਾਂ ਖੰਡੇ ਬਾਟੇ ਦੀ ਪਾਹੁਲ, ਇੱਕ ਹਰਿਮੰਦਰ ਸਾਹਿਬ ਦਾ ਅੰਮ੍ਰਿਤ ਸਰੋਵਰ। ਜਿਸ ਤਰ੍ਹਾਂ ਮਹਾਂਪੁਰਸ਼ਾਂ ਨੇ ਗੱਲ ਕੀਤੀ ਸੀ, ਉਸ ਵੇਲੇ ਜ਼ਕਰੀਆ ਖਾਨ ਤੇ ਸਿੱਖਾਂ ਦੇ ਦੁਸ਼ਮਣ ਨੂੰ ਪਤਾ ਹੈ ਕਿ ਮੁਰਸ਼ਿਦ ਇਨਕਾ ਵਲੀ ਭਇਓ ਹੈ, ਇਨਕੋ ਆਪੇ ਹਯਾਤ ਦਿਓ ਹੈ। ਅੱਜ ਦਾ ਸਿੱਖ ਆਪ ਹੀ ਉਸ ਅੰਮ੍ਰਿਤ ਸਰੋਵਰ ਦੇ ਉੱਪਰ ਸਵਾਲ ਚੁੱਕ ਰਿਹਾ। ਸਾਡੇ ਦੁਸ਼ਮਣ ਨੂੰ ਪਤਾ ਹੈ ਕਿ ਮੁਰਸ਼ਿਦ ਇਨਕਾ ਵਲੀ ਭਇਓ ਹੈ, ਇਨਕੋ ਆਪੇ ਹਯਾਤ ਦਿਓ ਹੈ। ਫਿਰ ਜਾਂਦਾ ਜਾਂਦਾ ਉਹ ਸਿੱਖਾਂ ਦਾ ਦੁਸ਼ਮਣ ਆਪਣੀ ਜ਼ੁਬਾਨ ਤੋਂ ਫਾਰਸੀ 'ਚ ਇੱਕ ਗੱਲ ਕਹਿ ਕੇ ਜਾਂਦਾ ਹੈ, ਅਜ਼ੀਂ ਕੌਮ ਬੂ ਬਾਦਸ਼ਾਹੀਏ ਆਮਦ। ਕਹਿੰਦਾ ਜੇ ਇਸ ਕੌਮ 'ਚ ਇੰਨੇ ਗੁਣ ਨੇ, ਇਹ ਆਪਣੇ ਇਸ਼ਕ ਦੇ ਉੱਪਰ ਸ਼ਰਧਾ ਰੱਖਦੇ ਨੇ। ਅੱਜ ਸਭ ਤੋਂ ਵੱਡਾ ਵਾਰ ਸਾਡੀ ਸ਼ਰਧਾ ਦੇ ਹੋ ਗਿਆ। ਮਾਫ ਕਰਨਾ, ਕੌਮ 'ਚ ਸ਼ਰਧਾ ਨਾ ਹੋਵੇ, ਕੌਮ 'ਚ ਕਦੀ ਸ਼ਹੀਦੀ ਦਾ ਸੰਕਲਪ ਜਨਮ ਨਹੀਂ ਲੈਂਦਾ। ਜਦੋਂ ਆਪਣੇ ਇਸ਼ਕ ਦੇ ਵਾਸਤੇ ਸਿੱਖ ਸ਼ਹਾਦਤ ਪ੍ਰਾਪਤ ਕਰਦਾ ਹੈ, ਤੇ ਉਸ ਦੇ ਮਨ ਦੇ ਵਿੱਚ ਇੱਕ ਹੀ ਸਮਰਪਣ ਹੁੰਦਾ ਹੈ ਕਿ ਮੈਂ ਸ਼ਹੀਦ ਹੋ ਕੇ ਆਪਣੇ ਗੁਰੂ ਦੀ ਗੋਦ 'ਚ ਜਾਣਾ ਹੈ। ਸ਼ਹਾਦਤ ਦਾ ਜਿਹੜਾ ਸੰਕਲਪ ਹੈ ਸ਼ਰਧਾ 'ਚੋਂ ਪੈਦਾ ਹੁੰਦਾ ਹੈ। ਜਿਸ ਦਿਨ ਕੌਮ ਦੇ ਵਿੱਚੋਂ ਤੁਸੀਂ ਸ਼ਰਧਾ ਨੂੰ ਖਤਮ ਕਰ ਦੇਣਾ, ਮਾਫ ਕਰਨਾ, ਸ਼ਹਾਦਤ ਦੇਣ ਵਾਲਿਆਂ ਦੀਆਂ ਕਤਾਰਾਂ ਖਤਮ ਹੋ ਜਾਣਗੀਆਂ। ਉਸ ਵੇਲੇ ਉਹ ਕਹਿੰਦਾ ਜੇਕਰ ਇਹਨਾਂ 'ਚ ਸ਼ਹਾਦਤ ਦੇ ਪ੍ਰਤੀ ਸਮਰਪਣ, ਗੁਰੂ ਦੇ ਪ੍ਰਤੀ ਸ਼ਰਧਾ ਤੇ ਦੁਸ਼ਮਣ ਦੇ ਨਾਲ ਵੀ ਮਿੱਤਰਤਾ ਦਾ ਗੁਣ ਹੈ, ਇਹਨਾਂ ਨੂੰ ਰਾਜ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਕਹਿੰਦਾ ਇਹਨਾਂ ਦੇ ਨਾਲ ਸਾਂਝ ਪਾਈ ਜਾਵੇ। ਤੇ ਸਿੱਖਾਂ ਨੂੰ ਪਹਿਲੀ ਜਿਹੜੀ ਹੈ ਉਹ ਨਵਾਬੀ ਦੀ ਖਿੱਲਤ ਭੇਜੀ ਗਈ ਹੈ ਅਪ੍ਰੈਲ 1733 ਦੇ ਵਿੱਚ। ਹੁਣ ਖਿਆਲ ਕਰਿਓ, ਸਿੱਖਾਂ ਦੇ ਆਗੂ, ਗੱਲ ਕੀਤੀ ਸੀ ਮਹਾਂਪੁਰਸ਼ਾਂ ਨੇ ਆਗੂ ਕਿਵੇਂ ਦੇ ਸੀ ਅੱਜ, ਪਰ ਉਹ ਆਗੂ ਕਿਵੇਂ ਦੇ? ਉਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦ ਹੋ ਚੁੱਕਾ ਹੈ 9 ਜੂਨ 1716 ਨੂੰ। 1726 ਨੂੰ ਭਾਈ ਤਾਰਾ ਸਿੰਘ ਮਾਂ ਦੀ ਸ਼ਹਾਦਤ ਹੋ ਚੁੱਕੀ ਹੈ।
1733 ਨੂੰ ਸਿੱਖਾਂ ਨੂੰ ਨਵਾਬੀ ਦੀ ਪੇਸ਼ਕਸ਼ ਆ ਗਈ ਹੈ। ਹੁਣ ਖਿਆਲ ਕਰਿਓ ਸਿੱਖਾਂ ਦੇ ਲੀਡਰ ਕਿਵੇਂ ਦੇ ਹੋਣਗੇ ਕਿ 10 ਫਰਵਰੀ 1712 ਤੋਂ ਲੈ ਕੇ ਹੁਣ ਤੱਕ 10 ਵਾਰੀ ਇਹ ਫਰਮਾਨ ਜਾਰੀ ਹੋ ਚੁੱਕਾ ਹੈ, ਨਾਨਕ ਪ੍ਰਸਤਾਂ ਬਾ ਬੇਅੰਤ ਬਾ ਕਤਲ ਰਸਾਨੰਦ, ਜਿੱਥੇ ਵੀ ਗੁਰੂ ਨਾਨਕ ਨੂੰ ਮੰਨਣ ਵਾਲਾ ਸਿੱਖ ਮਲਦਾ ਸਿਰ ਵੱਢ ਕੇ ਲਿਆਓ। ਇਹਦੇ ਬਾਵਜੂਦ ਕਿਹੜਾ ਗੁਣ ਹੋਵੇਗਾ ਸਿੱਖੀ ਦੇ ਵਿੱਚ? ਆਪਣੇ ਇਸ਼ਟ ਦੇ ਪ੍ਰਤੀ ਕਿੰਨੀ ਦ੍ਰਿੜਤਾ ਤੇ ਕਿੰਨੀ ਸੁਹਿਰਦਤਾ ਹੋਵੇਗੀ ਕਿ 17 ਸਾਲ ਦੇ ਬਾਅਦ ਸਿੱਖਾਂ ਨੂੰ ਏਸ਼ੀਆ ਦੀ ਸਭ ਤੋਂ ਵੱਡੀ ਹੁਕੂਮਤ ਨਵਾਬੀ ਪੇਸ਼ ਕਰ ਰਹੀ ਹੈ। ਨਵਾਬੀ ਲੈ ਕੇ ਆਏ ਸਰਦਾਰ ਸ਼ਬੇਗ ਸਿੰਘ, ਜਿਹੜੇ ਬਾਅਦ ਵਿੱਚ ਚੱਖੜੀ ਤੇ ਚਾੜ ਕੇ ਸ਼ਹੀਦ ਕਰ ਦਿੱਤੇ ਗਏ ਜ਼ਕਰੀਆ ਖਾਨ ਦੇ ਵੱਲੋਂ। ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਕੌਮ ਦੇ ਜਥੇਦਾਰ ਸਰਦਾਰ ਦਰਬਾਰਾ ਸਿੰਘ ਨੇ। ਹੁਣ ਖਿਆਲ ਕਰਿਓ ਉੱਥੇ ਤਿੰਨ ਚੀਜ਼ਾਂ ਨੇ। ਆਪਣੀ ਮਾਨਸਿਕਤਾ ਦੇ ਵਿੱਚ ਅੱਜ ਦੀ ਲੀਡਰਸ਼ਿਪ ਦੇ ਸਾਹਮਣੇ ਉਸ ਸੰਕਲਪ ਨੂੰ ਸਮਝਣ ਦੀ ਕੋਸ਼ਿਸ਼ ਕਰਿਓ। ਸੰਗਤ ਬੈਠੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ ਦੇ ਵਿੱਚ, 5 ਪਿਆਰੇ ਸਾਹਿਬਾਨ ਨੇ ਤੇ ਇੱਕ ਪੰਥ ਦਾ ਜਥੇਦਾਰ। ਜਥੇਦਾਰ ਦਰਬਾਰਾ ਸਿੰਘ ਦੇ ਅੱਗੇ ਜਾ ਕੇ ਸਰਦਾਰ ਸ਼ਬੇਗ ਸਿੰਘ ਨਵਾਬੀ ਦੀ ਖਿੱਲਤ ਰੱਖਦੇ ਨੇ, ਜਿਹਦੇ ਵਿੱਚ ਕੰਗਨਵਾਲ ਦੀਪਾਲਪੁਰ ਤੋਂ ਲੈ ਕੇ 1 ਲੱਖ ਦੀ ਜ਼ਗੀਰ, 1 ਲੱਖ ਰੁਪਈਆ ਨਗਦ, 1 ਜੜਾਊ ਸ੍ਰੀ ਸਾਹਿਬ, 2 ਕੰਗਣਾਂ ਦੀਆਂ ਜੋੜੀਆਂ, 1 ਖਿੱਲਤ ਔਰ 1 ਕਲਗੀ ਔਰ ਜ਼ਿਕਰ। ਇਹ ਚੀਜ਼ਾਂ ਰੱਖੀਆਂ ਜਾਂਦੀਆਂ ਨੇ, 8 ਚੀਜ਼ਾਂ ਥਾਲੀ 'ਚ। ਤੇ ਕੌਮ ਦਾ ਜਰਨੈਲ ਜਵਾਬ ਕੀ ਦਿੰਦਾ ਹੈ? ਕਹਿੰਦਾ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤਕੋ ਜਾਂ ਅਗਲੋ ਪਾਵਾ। ਸਰਦਾਰ ਸ਼ਬੇਗ ਸਿੰਘ ਜੀ ਆ ਲੈ ਜਾਓ ਨਵਾਬੀ ਦੀ ਖਿੱਲਤ। ਜਿਸ ਦਿਨ ਅਸੀਂ ਖੰਡੇ ਪਾਟੇ ਦੀ ਪਾਹੁਲ ਲੈ ਕੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਕੂਲ 'ਚ ਦਾਖਲਾ ਲਿਆ ਸੀ, ਸਾਨੂੰ ਪਤਾ ਸੀ ਕਿ ਸਾਡੀ ਯੋਗਤਾ ਹੋਣੀ ਚਾਹੀਦੀ ਹੈ ਘੋੜਸਵਾਰੀ, ਤਲਵਾਰਬਾਜ਼ੀ ਤੇ ਨੇਜੇਬਾਜ਼ੀ, ਤੇ ਸਾਡਾ ਇਨਾਮ ਸ਼ਹਾਦਤ ਹੈ। ਸਾਡੀ ਯੋਗਤਾ ਸ਼ਸਤਰ ਵਿਦਿਆ ਹੈ, ਸਾਡਾ ਇਨਾਮ ਸ਼ਹਾਦਤ ਹੈ। ਇਸ ਕਰਕੇ ਅਸੀਂ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤਕੋ ਜਾਂ ਅਗਲੀ ਪਾਵਾ। ਸਾਨੂੰ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਪਾਤਸ਼ਾਹੀ ਦੇ ਦਿੱਤੀ ਹੈ। ਜੇ ਜਿਉਂਦੇ ਆ ਤੇ ਘੋੜੇ ਤੇ ਸਵਾਰ ਹੋ ਕੇ ਅਸੀਂ ਰੁੱਖਾਂ ਦੇ ਪੱਤੇ ਖਾ ਕੇ ਵੀ ਆਪਣੇ ਆਪ ਨੂੰ ਸ਼ਹਿਨਸ਼ਾਹ ਖੁਦ ਹੀ ਕੋ ਭਗਤ ਅਸੀਂ ਬਾਦਸ਼ਾਹ ਸਮਝਦੇ ਹਾਂ। ਤੇ ਜੇਕਰ ਮੈਦਾਨੇ ਜੰਗ 'ਚ ਜੂਝਦੇ ਸ਼ਹੀਦ ਹੋ ਜਾਵਾਂਗੇ ਤੇ ਗੁਰੂ ਦੀ ਗੋਦ 'ਚ ਜਾਵਾਂਗੇ ਤੇ ਤਾਂ ਵੀ ਸ਼ਹਾਦਤ ਦੇ ਸੰਕਲਪ ਦੇ ਵਿੱਚ ਅਸੀਂ ਬਾਦਸ਼ਾਹ। ਸਾਨੂੰ ਤੁਹਾਡੀ ਨਵਾਬੀ ਦੀ ਲੋੜ ਨਹੀਂ। ਸ਼ਬੇਗ ਸਿੰਘ ਦੀ ਅੱਖਾਂ ਦੇ ਵਿੱਚ ਹੰਝੂ ਆਏ। ਨਵਾਬੀ 5 ਪਿਆਰਿਆਂ ਦੇ ਅੱਗੇ ਰੱਖ ਦਿੱਤੀ। ਇਹਨਾਂ 5 ਪਿਆਰਿਆਂ ਦੇ ਵਿੱਚ ਬੈਠੇ ਨੇ ਸਰਦਾਰ ਕਰਮ ਸਿੰਘ ਜੀ ਸ਼ਹੀਦ, ਬਾਬਾ ਦੀਪ ਸਿੰਘ ਜੀ ਸ਼ਹੀਦ, ਮਹਾਰਾਜਾ ਰਣਜੀਤ ਸਿੰਘ ਦੇ ਪੜਦਾਦਾ ਸਰਦਾਰ ਬੁੱਢਾ ਸਿੰਘ ਜੀ, ਸਰਦਾਰ ਹਰੀ ਸਿੰਘ ਜੀ ਤੇ ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ। 5 ਬੈਠੇ ਨੇ। ਹੁਣ ਉਹ 5 ਪਿਆਰੇ ਕਿਵੇਂ ਦੇ ਸੀ ਤੇ ਮਾਫ ਕਰਨਾ ਅੱਜ ਸਾਡੇ ਰਾਜਨੀਤਿਕ ਲੋਕਾਂ ਦੀ ਕਠਪੁਤਲੀ ਬਣੇ 5 ਸਿੰਘ ਸਾਹਿਬਾਨ ਕਿਵੇਂ ਦੇ। ਅੰਤਰ ਨੂੰ ਸਮਝਿਓ। ਪੰਜਾਂ ਦੇ ਅੱਗੇ ਨਵਾਬੀ ਦੀ ਖਿੱਲਤ ਰੱਖੀ ਗਈ। ਆਪਸ ਦੇ ਵਿੱਚ ਵਿਚਾਰ ਕਰਨ ਤੋਂ ਬਾਅਦ ਜਿਹੜੇ 5 ਜਵਾਬ ਕੀ ਦਿੰਦੇ ਨੇ, ਉਹ 5 ਪਿਆਰਿਆਂ ਦਾ ਉਸ ਵੇਲੇ ਦਾ ਜਵਾਬ ਹੈ ਹਮ ਕੋ ਪਾਤਸ਼ਾਹੀ ਨਾਨਕ ਦਈ। ਗੁਰੂ ਨਾਨਕ ਨੇ ਸਾਨੂੰ ਪਾਤਸ਼ਾਹੀ ਦਿੱਤੀ ਹੈ। 5 ਪਿਆਰਿਆਂ ਤੋਂ ਵੱਡਾ ਤੇ ਕੋਈ ਰੁਤਬਾ ਹੀ ਨਹੀਂ ਹੋ ਸਕਦਾ। ਪਾਤਸ਼ਾਹੀ ਛੱਡ ਕੇ ਲਿਵੇਂ ਨਵਾਬੀ, ਇਤ ਉਤ ਕੇ ਹਮ ਕਰੇ ਖਰਾਬੀ। ਤੂੰ ਇਹ ਕਿਵੇਂ ਸੋਚ ਲਿਆ ਸ਼ਬੇਗ ਸਿੰਘ, ਜਿਹੜਾ ਕੌਮ ਨੇ ਸਭ ਤੋਂ ਉੱਚਾ ਅਹੁਦਾ ਬਖਸ਼ਿਆ, ਅਸੀਂ ਉਸ 5 ਪਿਆਰਿਆਂ ਦੇ ਰੂਪ ਦੇ ਵਿੱਚ ਬਾਦਸ਼ਾਹੀ ਦੇ ਅਹੁਦੇ ਨੂੰ ਛੱਡ ਕੇ ਤੇਰੀ ਭੀਖ ਦੇ ਵਿੱਚ ਨਵਾਬੀ ਲੈ ਲਈ। ਅੱਜ ਵਰਗੇ ਨਹੀਂ ਸੀ ਕਿ ਚਿੱਠੀ ਆਵੇ ਤੇ ਪੰਥ ਦੋਖੀਆਂ ਦੇ ਖਿਲਾਫ ਜਾਰੀ ਕੀਤੇ ਹੁਕਮਨਾਮੇ ਵਾਪਸ ਲੈ ਲਏ ਜਾਣ। ਉਹ ਸਾਡੇ ਉਹ 5 ਪਿਆਰੇ ਸੀ ਜਿਨ੍ਹਾਂ ਦੇ ਵਿੱਚ ਬਾਬਾ ਦੀਪ ਸਿੰਘ, ਬਾਬਾ ਕਰਮ ਸਿੰਘ, ਜੱਸਾ ਸਿੰਘ ਆਲੂਵਾਲੀਆ, ਸਰਦਾਰ ਹਰੀ ਸਿੰਘ ਤੇ ਬਾਬਾ ਬੁੱਢਾ ਸਿੰਘ ਬੈਠੇ ਸੀ। ਇਹ ਸਾਡੀ ਕੌਮ ਦੇ ਨੁਮਾਇੰਦੇ ਸੀ। ਇਸੇ ਕਰਕੇ ਜਦੋਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਨੂੰ ਖੰਡੇ ਬਾਟੇ ਦੀ ਪਹਿਲ ਦਿੱਤੀ ਹੈ ਤੇ ਪੰਚ ਪ੍ਰਧਾਨੀ ਪ੍ਰਕਿਰਿਆ ਨੂੰ ਸਿਲੈਕਸ਼ਨ ਦੇ ਵਿੱਚੋਂ ਲਿਆ, ਇਲੈਕਸ਼ਨ ਦੇ ਵਿੱਚੋਂ ਨਹੀਂ ਲਿਆ। ਔਰ ਦੁਨੀਆ ਦੇ ਵਿੱਚ ਇਹ ਪਹਿਲੀ ਸਿੱਖ ਕੌਮ ਹੈ ਜਿਹੜੀ ਆਪਣੇ ਧਾਰਮਿਕ ਸੰਸਥਾਨ ਦੇ ਵਿੱਚ ਪ੍ਰਤੀਨਿਧੀਆਂ ਦੀ ਚੋਣ ਇਲੈਕਸ਼ਨ ਦੇ ਵਿੱਚੋਂ ਕਰਦੀ ਹੈ। ਨਾ ਇਸਲਾਮ ਕਰਦਾ, ਨਾ ਯਹੂਦੀ ਕਰਦੇ ਨੇ, ਨਾ ਹਿੰਦੂ ਕਰਦੇ ਨੇ, ਨਾ ਬੋਧੀ ਕਰਦੇ ਨੇ, ਨਾ ਬਹਾਈ ਕਰਦੇ ਨੇ। ਤੇ ਜਦੋਂ ਸਿੱਖਾਂ ਨੇ ਇਹ ਕਰਨਾ ਸ਼ੁਰੂ ਕੀਤਾ ਸੀ, ਹਾਲੀ ਪਾਨੀਪਤੀ ਨੇ ਸਿੱਖਾਂ ਦੇ ਲੀਡਰਾਂ ਨੂੰ ਇੱਕ ਸ਼ੇਰ ਲਿਖ ਕੇ ਭੇਜਿਆ ਸੀ, जमहूरियत एक तर्जे हुकूमत है जिसमें सरों को गिना जाता है तोला नहीं जाता। सिखो अज ते अपनी श्रोमणी गुरुद्वारा प्रबंधक कमेटी नूं भारती कानून दे धारा कारपोरेशन एक्ट की धारा 20 च लैके आ रहे हो ना, तुहानूं उदण पता लगना है जिदण सिरां दी गिणती दे नाल 90 गधे 10 शेरां नूं हरा दिया करन। तुहानूं उस दिन पता लगेगा तुसीं कलगीधर पातशाह दी बख्शिश सिलैक्शन नूं छड्ड के इलैक्शन दी प्रक्रिया दे विच जा रहे हो। खैर ये पंच सिंहां ने जवाब दे दिता। हुण फैसला लिया गया पंथ और ग्रंथ।
गुरु ग्रंथ साहिब महाराज की ताब्या बैठे पंथ ने फैसला ले लिया गुरु का हुक्म मन्निया जाए। गुरु पातशाह दे कोलों उस वेले हुक्मनामा लिया गया। हुक्मनामा आ गया, टहल महल ताको मिले जाको साध कृपाल। जिहड़ा संगत दे विच सेवा कर रहा है उस दी झोली दे विच नवाबी दी खिल्लत पा दित्ती जावे। संगत दे विच सेवा कर रहा सी, हयात खान दे नाल लड़ के आया एक 33 साल दा सिख, जिस दे एक मत्थे दे उपर फट लगा होया है ते एक फट उसदे खब्बे हाथ ते लगा। खब्बे हाथ ते पट्टी बन्नी है, मत्थे ते खून दियां घरालां वग रहीआं ने ते संगत दे विच पक्खे दी सेवा कर रहा। उस वेले उस सिख नूं बुला के सरदार दरबारा सिंह कहंदे ने, वीर जी एक बारी सैट कर लिओ, बार बार मैनूं डिस्टर्बेंस हो रही है। उस वेले दरबारा सिंह उस नौजवान नूं बुला के कहंदे ने कि गुरु हुक्मां दे मुताबिक पंथ ने फैसला कीता तेरी झोली च नवाबी दी खिल्लत पाउणी है। ते सिख दा जवाब की है, हमको लोड़ नवाबी ना। हुण ख्याल करियो, गुरु दी गोद च बैठे सिख दी ओपीनियन मेकिंग पावर 18वीं सदी च कितनी ज्यादा है। जे पंज प्यारिਆਂ ਨੂੰ सवाल किया जाता जवाब उही है, जेकर जथेदार ਨੂੰ नवाबी दित्ती जाती जवाब उही है, संगत दे कोलों फैसला लिया जाता जवाब उही है, ते कल्ले सिख ਨੂੰ सद के पुछया जाता जवाब उही है। क्यों? सिख अपने इष्ट दे नाल जुड़िया होया, सिख अपने इष्ट दे नाल जुड़िया होया। कहंदे नहीं ये पंथ दा फैसला है। कहंदा जेकर पंथ दा फैसला है मैनूं नवाबी देनी है ते मेरियां शर्तां ने, माफ करना अज अहुदे दे उपर धार्मिक विचारधारा कुर्बान कर दित्ती जांदी है। इत्थे उस समय दी सब तो वड्डी नवाबी दा अहुदा दित्ता जा रहा ते सिख विचारधारा नूं कायम रख रहा। सरदार कपूर सिंह कहंदा है जेकर मेरी झोली च नवाबी पाउणी है ते पहली शर्त यह है कि गुरु की हजूरी च पंज प्यारिਆਂ ਦੇ ਚਰਨਾਂ ਨੂੰ ਛਹਾਈ ਜਾਵੇ। ਜ਼ਕਰੀਆ ਖਾਨ ਨੂੰ ਇਹ ਪਤਾ ਲੱਗੇ तेरी भेजी नवाबी ਅਸੀਂ जुत्ती ਦੀ नोक ਦੇ ਨਾਲ स्वीकार ਕਰਦੇ। दूसरी गल, बेशक नवाबी मेरी झोली च पा दी जाए पर मैं कदी भी ना कलगी लगाऊंगा ते ना तख्त लगा के बैठूंगा। तीसरी गल, तुसी जेकर मैनूं नवाब स्वीकार करना है तां तुहाडी मर्जी है, पंथ दा हुक्म है, पर मेरे कोलों इस दल दे घोड़े ते तबेले साफ करन दी सेवा ते संगत दे विच पक्खा झलण दी सेवा ना लई जाए। जेकर ये शर्तां तुहानूं मंजूर ने तां मैं इस नवाबी नूं स्वीकार करदा। हुण उस समय दी सिख लीडरशिप वेखिओ, ਇਹ ਉਸ ਸਮੇਂ ਦੀ ਸਿੱਖ ਲੀਡਰਸ਼ਿਪ ਹੈ। 1726 पंथ और ग्रंथ का रिश्ता की है। भाई साहब भाई गुरदास जिस वेले गुरु नानक सच्चे पातशाह की आमद के बारे अपनी वार लिखते ने ना, वो कहते ने सतगुरु नानक प्रगटिया। जेकर कविता के समतोल नूं वेखना होवे शब्द इत्थे जन्मिया भी आ जावे ना, कोई फर्क नहीं पैंदा। कविता के उपर पोएटिक फार्म के उपर कोई असर नहीं पैंदा। पर जेकर इत्थे शब्द जन्मिया आ जावे तो सिੱਖੀ विचारधारा के उपर फर्क पैंदा है, क्योंकि सिੱਖੀ दे विच शरीर गुरु नहीं है। सतगुरु नानक प्रगटिया क्यों? आप नारायण कला धार जग में परवरियो, निरंकार आकार जोत जग मंडल करियो। गुरु नानक साहब जोत ने निरंकार दी। भाई साहब महापुरुषों ने गल कही सी ना कि सराकार रूप दे जिहड़ा परमात्मा दा स्वरूप है उसनूं केसाधारी ही वर्णित किया गया है। केवल गुरु ग्रंथ साहिब महाराज दे विच नहीं, बल्कि मुकद्दस कुरान शरीफ दी सूरह बकर दी आयत नंबर 195 दे विच इह गल लिख दित्ती गई है, वा तनमुल हजुल उमरता लिलाहे फाइन ओइस। मुसलमानों हज करो, उमरे करो, जियारत रखो, जो भी करना है करो, पर इस दे बावजूद जेकर तुसीं इस समय केसां दी बेअदबी करदे हो, खुदा दे दर कुछ भी परवाह नहीं। खैर उस वेले जिहड़ा कौम दा संकल्प है, कौम दी विचारधारा है, इन्नी उच्ची है कि जिस दे बारे भाई साहब भाई गुरदास ने शब्द वरत्या है कि सतगुरु नानक प्रगटिया। ते जेकर शरीर गुरु होवे तां दूजी जिहड़ी इतिहास दी सब तो विलक्षण घटना है ਉਹ है मारिया सिक्का जगत विच नानक निर्मल पंथ चलाया, थापिया लहना जीवदे गोरे आई सिर छतर फिराया। गुरु नानक साहब ने अपने जीवदे जी लहना जी नूं अंगत बना के आप संगत च बैठ गए। गुरु नानक साहब भी शरीर करके हाजिर ने, अंगत साहब भी शरीर करके हाजिर ने, पर उदों गुरु वो ने जिन्हां दे विच निरंकार दी जोत विस्थापित हो चुकी है, गुरु अंगद साहब। पंचम पातशाह दे बारे शहादत तो बाद भाई साहब भाई गुरदास कहते हैं, पंज प्याले पंज पीर, छठम पीर बैठा गुर भारी, दल पंजन गुर सूरमा, वड जोधा पर उपकारी, अर्जन काया पलट के। शरीर बदल रहा है,
अर्जन काया पलट के मूरत हर गोबिंद सवारी। हुण दसम पातशाह गुरु गोबिंद सिंह महाराज तक आ जाइए ते उन्हां दे कोल दोवें चीज़ां ने, जोत और जुगत। भट्ट साहबान कहते हैं जोत उहां जुगत साए सै काया फेर पलट रही है। काया पलट रही है, शरीर बदल रहा है, ते शरीर के राही जुगत ने प्रवाहित होना, ते अंदर जोत है, जोत और जुगत। ते कलगीधर पातशाह गुरु गोबिंद सिंह महाराज जुगत कित्थे रखते हैं? गुरदास सिंह दूसरा कहता वाह प्रगटिओ पुरख भगवंत रूप गुरु गोबिंद सूरा शब्द इत्थे भी प्रगट आया, क्योंकि जोत है। और जोत और जुगत कदी भी इसका अंत नहीं है। कलगीधर पातशाह जुगत कित्थे रखते हैं? खालसा अकाल पुरख की फौज प्रगटिओ खालसा, इत्थे भी शब्द प्रगट आया, क्योंकि जुगत है। ते उस जुगत नूं किस दे लड़ लाउंदे ने? गुरु ग्रंथ जी मानियो प्रगट शब्द इत्थे भी प्रगट आया। जोत और जुगत, पंथ और ग्रंथ, ये जोत और जुगत के ऐसे संकल्प ने। यही कारण है कि इन्हां दोहां दा कदी ज्योति जोत दिवस नहीं आ सकता, ना खालसे दा ना गुरु ग्रंथ साहब दा, क्योंकि जोत और जुगत निरंकार के साकार रूप च पैदा होंदे ने। इन्हां नूं कदी भी खत्म नहीं किया जा सकता। ना खालसे दा ज्योति जोत दिवस है, ना गुरु ग्रंथ साहब दा ज्योति जोत दिवस मनाया जा सकता, अंत हो ही नहीं सकता। जरनैल जिसकी गुरु ग्रंथ साहब च गल कीती है, रण रत्तेओ भाजो नहीं सूरो थारो नौ, मैदाने जंग दा सूरमा किवें दा? माझे दे इलाके दे विच पिंड पढ़ाड़ा, उत्थों दे चौधरी साहिब राय ने अपनियां घोड़ियां छड़ दित्तियां सिखां दे खेतां दे विच। सरदार माली सिंह ते गुरबख्श सिंह खेत उजाड़े गए। साहिब राय नूं शिकायत करदे ने जाके, तुहाडीआं घोड़ियां ने साडे खेत उजाड़ दित्ते ने। उसका जवाब है, तुहाडे केसां दे रस्से बना के मैं फिर घोड़ियां बननियां। हमला धर्म ते होया, सिखां नूं गुस्सा लगा। उस वेले गए ने झबाल पिंड दे सरदार अमर सिंह ते बघेल सिंह दे कोल। अमर सिंह ते बघेल सिंह ने साहिब राय दीआं घोड़ियां जबरदस्ती खेतां दे विचों बन्नियां ते जाके घरियाले पिंड दे लखमीर सिंह नूं दे दित्तियां। लखमीर सिंह ने वो घोड़ियां मालवे च जाके बाबा आला सिंह नूं दे दित्तियां। ते जदों साहिब राय नूं पता लगा कि घोड़ियां जिहड़ियां ने वो सिख जबरदस्ती लै गए ने, उसने सिखां दे उपर हमला करन दी विਉਂਤ बनाई। हमला करन दे वास्ते पिंड डाल ते वां, दो पिंड ने, बाबा तारा सिंह वां दे डेरे ते आया। आपस विच वार्तालाप होई ते उसनूं इह पता लगा मैं सिखां दा मुकाबला नहीं कर सकदा। जकरिया खान दे कोल चला गया। जकरिया खान ने अपने दो जरनैल, एक दा नाम मीर तक्की आउंदा है ते दूसरे दा नाम मोमिन खान आउंदा है। दोहां नूं 22,000 घोड़सवार दे के, 70 जंबूरे दे के, 5 हाथी दे के ते 17 तोपां दे के तोड़ दिता। ते अंदर तारा सिंह वां दे वाड़े विच 21 सिख। अक्सर असीं गुरु दी बाणी दे उपर विचारधारा दे उपर किंतु करना शुरू कर दिता। इतिहासक स्रोतां नूं पढ़िओ। मेरे कोल उस वेले दे कई पुराने स्रोत जिहड़े मेरी लाइब्रेरी च पए ने। उस वेले जदों सिखां नूं पता लगा कि हमलावर फौज आ रही है, जिहड़ा हुक्मनामा लिया गया गुरु ग्रंथ साहब चों नहीं लिया गया, 10 ग्रंथी चो लिया गया। ते कलगीधर पातशाह गुरु गोबिंद सिंह महाराज का फरमान आया, जो कहो काल ते भाज के बाचित तो कहो कुंट कहो भाज कर जाइए। जेकर असी काल तो मौत तो भज के बच सकते हैं तो दसो कित्थे जाइए। उस वेले तारा सिंह ने कहा, खालसा जी कलगीधर पातशाह का फरमान है, असी मैदाने जंग जूझ के शहादतां प्राप्त करांगे। सिख उस मैदाने जंग च जूझण की तैयारी कर रहे हैं। उधरों मोमिन खान ते तक्की खान ने हमला करने की विਉਂਤ की। यह हमला मनेरे होया, बिल्कुल दिन चढ़े, अजे तारे आसमान दे विच सी ते फौज ने घेरा पा लिया। सरदार बघेल सिंह जंगल पानी वास्ते बाहर आया ते उसने वेख्या कि फौजां ने घेरा पा लिया। वापस मुड़ लगा ते मन दे विच ख्याल आया, भावें है ते कल्ला, हाथ च गड़वा है ते इक च बरछा है ते कल्ला, जे किते वापस मुड़िया किते दुश्मन ये ना सोचे मैदाने जंग दा सूरमा सिंघण वाला सिख सानू वेख के वापस चला गया। कहंदा ला काट पीट जब जंग की होऊग, सिंह को पता आपे तब पाऊग। कहंदा हुण मैनूं कल्ले नूं लड़ना चाहिदा ते जदों मेरे नेजे दे उपर तेगां खड़कणगीਆਂ ते आपे अंदर सिखां नूं पता लग जाएगा कि हमला हो गया। कल्ला सिख
उस वेले 50 उस वेले दे सिपाहियां दे नाल लड़िया, मैदाने जंग च जूझदा एक गोली पट दे विच लगी, फिर भी नेजे दे नाल मुकाबला करदा रहा। 50 उस वेले तक्की बेग दे सिपाहियां नूं जमीन ते बचा के सिंह शहादत प्राप्त कर गया। अंदर सिंघां नूं पता लग गया जदों गोलियां चलण दी आवाज़ आई। आमो सामने मुकाबला शुरू होया। एक पासे 21 सिख, एक पासे 22,000 दी फौज, मुकाबला हो रहा है। तक्की बेग के सामने बिल्कुल सामने आ गए सरदार तारा सिंह वान। सरदार तारा सिंह वान ने तक्की बेग के घोड़े दी वागां फड़ लईआं, वार करना बड़ा औखा लग रहा सी। अब पिछे जे तुहानूं पता होवे RSS की गल हुण भी चली, महापुरुषां ने कीती है। पंजाब के स्कूलों दे विच RSS दे वल्लों टैसट लिया गया बच्चों का। उस टैसट दे विच एक सवाल सी, वो सवाल सी कि हिंदुस्तान का किहड़ा ऐसा योद्धा है जिस दे जिस्म दे उपर मैदाने जंग च जूझदियां सब तो वध फट लगे ने। थल्ले जवाब सी राणा सांघा, महाराणा संग्राम सिंह। मैं सोचदा महापुरुषों ने कृतघणता की गल की सी, भाई साहब भाई गुरदास कहंदे भारे भोई किरतघण मंदी हूं मंदे। शायद इस कौम जिन्ना अकिरतघण कोई नहीं है, इन्हां नूं अजीत सिंह भुल गया। जिसले चमकौर की जंग दे विच अजीत सिंह की अनवर खान दे नाल लड़ाई हुई सी, सारा संजोग ढकिया होया सी। अजीत सिंह ने जो अनवर खान ते वार किया, उहदी संजोग दे विच बरछा खुभ गया, बरछे का फल टुट गया, जिसनूं असीं स्पीर हैड कहने आ। ते जिस वेले जिसका जिक्र अला यार खान जोगी करते ने, ते राके किरे जीन से लखते जिगर जमीन पर, तन जारे तन जमीन पर और गई रूह खुल्द पर। ते उस वेले तक साहिबजादा अजीत सिंह दे जिस्म दे उपर 300 तो वध फट सी जदों शहीद हो गए। हुण उसे तरह सरदार तारा सिंह ने मुकाबला किया तक्की बेग दा, ते उहदे घोड़े दीयां वागां फड़ के तारा सिंह सोच रहा वार कित्थे कीता जावे, क्योंकि तक्की बेग सारा लोहे च मड़िया होया, केवल मूँह नंगा सी। जदों उसने जलगार पाई या तारा सिंह ते वार कर लग्या, अल्लाहू अकबर दा नारा लाउण वास्ते मूँह खोलिया ते सरदार तारा सिंह वान ने मूँह च मारिया बरछा। बरछा वापस खिंचिया, मूँह चों खून दे फुहारे छुट पए। अपनी फौज नूं लैके वापस भज्जा ते भज्जे जांदे नूं मोमन खान एक सवाल करदा, कहंदा तक्की बेग बीड़ा च पा रहे हो, पान खा रहे हो? कहंदा हां, तारा सिंह वंडदा पिया, तूं ही जाके ले ला। तारा सिंह पान वंडण दे आई। मैं एक बेनती कर देवां, जिस वेले सैयद खान गुरु गोबिंद सिंह महाराज नूं गिरफ्तार करन दा हुक्म लैके आया सी औरंगजेब दे कोलों, उस दा जिक्र कलगीधर पातशाह गुरु गोबिंद सिंह महाराज जफरनामे च करदे ने। कहंदे कसे हर के कौले कुरान बायदश या गुस्तनो बस्तनो बायदश। कहंदे औरंगजेब तेरा एक जरनैल बीड़ा चुक के आया, माफ करना। कई बारी साडे वीर स्टेज तो कह दिंदे ने बाबा दीप सिंह ने हरमंदर साहब नूं आजाद कराउण दा बीड़ा चुक्या। कई बारी साडे वीर कह दिंदे ने गुरु ग्रंथ साहब महाराज ने, पंचम पातशाह ने गुरु ग्रंथ साहब महाराज की संपादना का बीड़ा चुकना। प्यारिओ, ये बीड़ा चुकना साडा शब्द नहीं। मैं तारा सिंह वान की शहादत भी दस दिता है, कलगीधर पातशाह गुरु गोबिंद सिंह महाराज की रचना च दसदा है, जिस वेले किसी भी राजे का 7000 मनसबदार उसके सामने सौं खांदा है कि जां ते मैं मैदाने जंग विच शहीद होऊंगा जां दुश्मन का सिर वड्ड के लैके आऊंगा, बादशाह उसके सामने अपनी पान वाली डब्बी करदा, तंबाकू के पान वाली डब्बी, उसनूं संपट किया जांदा उस डब्बी नूं, ते ओहदे विचों ਉਹ ਜਿਹੜਾ पान का बीड़ा चुक के तंबाकू खांदा ਉਹਨੂੰ ਕਹਿੰਦੇ बीड़ा चुक के सौं खाना। ਇਹ बीड़ा चुकना साडी मर्यादा नहीं, ਇਹ तंबाकू ਦਾ। सो उस वेले तक्की खान मोमन खान कहंदा बीड़ा ਚੱਬ ਰਿਹਾ, कहंदा हाँ तारा सिंह वंड ਰਿਹਾ, तू ही जाके लै ला। 21 सिख शहीद ਹੁੰਦੇ ਨੇ और उस तो बाद सिख कौम का पहला सरबत खालसा ਹੁੰਦਾ। माफ करना, अज ते साडियां लालसावां ने सरबत खालसे वर्गी धार्मिक परंपरा ਨੂੰ भी रोल के रख दिता, खत्म कर दिता। सरबत खालसा पहली बार 1726 सरदार तारा सिंह वान की शहादत तो बाद हुंदा है, जिहदे च फैसले लए जांदे ने कि कौम दे मुखबर सोधे जाणगे, सरकारी खजाना लुटिया जाएगा, तबेले और असला खाने जिहड़े ने उन्हां नूं अपने कब्जे च लिया जाएगा। ये पहली बारी 1726 3 फैसले लए गए। हुण आ जाइए अज दे दिन ते 6 जनवरी 1762 अज की जिहड़ी लंघी रात है, 50,000 सिख की लाश मैदाने जंग च पई सी। कौम के 2 जरनैल सरदार चढ़ सिंह ते सरदार जस्सा सिंह आलूवालिया। घटना है वड्डे घल्लू घारे की कोपर हीड़े का मैदान। अबदाली ने जदों मरट्टियां दा लक तोड़िया, जदों उसने दिल्ली ते कब्जा किया, तो उस तो बाद मरट्टियां ने रुहेलियां ने कदी अबदाली के खिलाफ सिर नहीं चुकिया। अबदाली अपने जरनैल नूं एक सवाल पुछदा, कहंदा ये कौन ने?
मैं मरहटिਆਂ ਦਾ ਇੱਕ ਵਾਰੀ ਲੱਕ ਤੋੜਿਆ, ਉਸ ਤੋਂ ਬਾਅਦ ਉਹਨਾਂ ਨੇ ਮੇਰੇ ਅੱਗੇ ਸਿਰ ਨਹੀਂ ਚੁੱਕਿਆ। ਇਹ ਜੰਗਲਾਂ 'ਚ ਰਹਿਣ ਵਾਲੀ ਖਾਨਾ ਬਦੋਸ਼ ਕੌਮ। ਜਦੋਂ ਵੀ ਮੈਂ ਦਿੱਲੀ ਦੇ ਵਿੱਚੋਂ ਇਹਨਾਂ ਹਿੰਦੂਆਂ ਦੀਆਂ ਲੜਕੀਆਂ ਨੂੰ ਤੇ ਜਾਇਦਾਦ ਨੂੰ ਲੁੱਟ ਕੇ ਲੈ ਕੇ ਜਾਂਦਾ, ਕਦੀ ਹਰੀ ਸਿੰਘ ਮੇਰਾ ਰਾਹ ਘੇਰਦਾ, ਕਿਤੇ ਕਰਮ ਸਿੰਘ ਖੜਾ ਹੈ, ਕਿਤੇ ਜੱਸਾ ਸਿੰਘ ਖੜਾ ਹੈ, ਕਿਤੇ ਬਘੇਲ ਸਿੰਘ ਖੜਾ ਹੈ, ਕਿਤੇ ਗਰਜਾ ਸਿੰਘ ਖੜਾ ਹੈ। ਕਹਿੰਦਾ ਕੀ ਕਰਾਂ, ਇਹ ਹੈ ਕੌਣ? ਕਹਿੰਦਾ ਸਿੱਖ ਨੇ, ਜੰਗਲਾਂ 'ਚ ਰਹਿੰਦੇ ਨੇ। ਕਹਿੰਦਾ ਇਹਨਾਂ ਨੂੰ ਨਜ਼ਰਾਨੇ ਭੇਜ ਕੇ ਆਪਣੇ ਕਾਬੂ 'ਚ ਕਰਨ ਦੀ ਕੋਸ਼ਿਸ਼ ਕਰੀਏ। ਸਰਦਾਰ ਹਰੀ ਸਿੰਘ ਨੂੰ ਅਬਦਾਲੀ ਦਾ ਏਲਚੀ ਇੱਕ ਚਿੱਠੀ ਲੈ ਕੇ ਆਉਂਦਾ, ਜਿਸ ਦਾ ਜ਼ਿਕਰ ਸੋਹਣ ਸਿੰਘ ਸੀਤਲ ਹੋਣਾ ਨੇ ਕੀਤਾ। ਉਸ ਚਿੱਠੀ ਦੇ ਵਿੱਚ ਲਿਖਿਆ ਕੀ ਹੈ? ਕਹਿੰਦੇ ਖਾਲਸਾ ਜੀ, ਜੇਕਰ ਸਾਨੂੰ ਤੁਸੀਂ ਨਜ਼ਰਾਨੇ ਵਜੋਂ ਥੋੜੀ ਜੀ ਮੋਟ, ਥੋੜਾ ਜਿਹਾ ਬਾਜਰਾ, ਥੋੜੀ ਜੀ ਜਵਾਰ ਦੇ ਦਿਆ ਕਰੋ, ਅਸੀਂ ਤੁਹਾਡੇ ਤੇ ਹਮਲਾ ਨਹੀਂ ਕਰਾਂਗੇ, ਤੁਹਾਡੇ ਬੱਚਿਆਂ ਨੂੰ ਕਤਲ ਨਹੀਂ ਕਰਾਂਗੇ, ਤੁਹਾਡੀਆਂ ਬੀਵੀਆਂ ਨੂੰ ਕਤਲ ਨਹੀਂ ਕਰਾਂਗੇ। ਬੜਾ ਸਸਤਾ ਸੌਦਾ ਜੀ, ਬਹੁਤ ਸਸਤਾ ਸੌਦਾ ਹੈ। ਜਵਾਰ ਦੇ ਦਿਓ, ਮੱਕੀ ਦੇ ਦਿਓ, ਝੋਨਾ ਦੇ ਦਿਓ। ਪੰਜਾਬ 'ਚ ਹੁੰਦਾ ਨਹੀਂ ਸੀ, ਪਾਣੀ ਦੇ ਕੋਈ ਸਾਧਨ ਨਹੀਂ ਸੀ। ਜਵਾਰ ਦੇ ਦਿਓ, ਮੱਕੀ ਦੇ ਦਿਓ, ਗਵਾਰਾ ਦੇ ਦਿਓ, ਬਾਜਰਾ ਦੇ ਦਿਓ, ਜਾਨ ਬਚ ਜਾਵੇ। ਇਹ ਤੋਂ ਸਸਤਾ ਸੌਦਾ ਕਿਹੜਾ? ਸਰਦਾਰ ਹਰੀ ਸਿੰਘ ਏਲਚੀ ਨੂੰ ਕਹਿੰਦਾ ਤੂੰ ਬਾਹਰ ਬੈਠ। ਅਮੀਨ ਖਾਨ ਨੂੰ ਕਹਿੰਦਾ ਅਸੀਂ ਸਲਾਹ ਕਰਦੇ ਹਾਂ। ਪੰਜਾਂ ਸਿੰਘਾਂ ਨੇ ਸਲਾਹ ਕੀਤੀ। ਸਲਾਹ ਕਰਕੇ ਕਹਿੰਦੇ ਨੇ ਗੱਲ ਮੱਕੀ ਤੇ ਬਾਜਰੇ ਦੀ ਨਹੀਂ ਹੈ ਕਿ 2-2 ਕਿਲੋ ਦੇ ਕੇ ਜਾਨ ਬਚਾਈ ਜਾਵੇ। ਗੱਲ ਤੇ ਇਹ ਹੈ ਕਿ ਜਿਸ ਗੁਰੂ ਦੇ ਸਿੱਖ ਨੇ ਉਹਨੇ ਕਿਹਾ ਸੀ ਸਭ ਸੁਖਾਲੀ ਬੁੱਠੀਆਂ ਇਹ ਹੁਆ ਹਲੇਮੀ ਰਾਜੀਓ। ਗੱਲ ਤੇ ਇਹ ਹੈ ਕਿ ਜਾਨ ਬਚਾਉਣ ਦੇ ਵਾਸਤੇ ਗੁਲਾਮੀ ਸਵੀਕਾਰ ਕਿਉਂ ਕਰੇ। ਉਸੇ ਵੇਲੇ ਇੱਕ ਚਿੱਠੀ ਲਿਖੀ ਅਬਦਾਲੀ ਨੂੰ ਸਰਦਾਰ ਹਰੀ ਸਿੰਘ ਭੰਗੀ ਨੇ, ਜਿਸ ਨੂੰ ਤਾਰਾ ਸੋਹਣ ਸਿੰਘ ਸੀਤਲ ਹੋਣਾ ਨੇ ਆਪਣੀ ਕਵਿਤਾ 'ਚ ਲਿਖਿਆ। ਕਹਿੰਦਾ ਸਾਡੇ ਵੱਲੋਂ ਸ਼ਾਹ ਨੂੰ ਕਹਿ ਦੇਣਾ ਜਾ ਕੇ, ਮਿਲਾਂਗੇ ਉਸ ਨੂੰ ਰਣ ਵਿੱਚ ਹੱਥ ਤੇਗ ਉਠਾ ਕੇ, ਸ਼ਰਤਾਂ ਲਿਖਾਂਗੇ ਰੱਤ ਨਾਲ ਖੈਬਰ ਕੋਲ ਜਾ ਕੇ, ਸ਼ਾਹ ਨਜਰਾਨੇ ਸਾਥੋਂ ਭਾਲਦਾ ਇਉਂ ਈਨ ਮਨਾ ਕੇ, ਪਰ ਸ਼ੇਰ ਨਾ ਜਿਉਂਦੇ ਸੀਤਲਾ ਨੱਕ ਨੱਥ ਪਵਾ ਕੇ। ਅਸੀਂ ਉਹ ਨਹੀਂ ਹੈ, ਅਸੀਂ ਉਹ ਸ਼ੇਰ ਨਹੀਂ ਹੈ ਜਿਹੜੇ ਆਪਣੀ ਜਾਨਾਂ ਬਚਾਉਣ ਦੇ ਵਾਸਤੇ ਤੈਨੂੰ ਬਾਜਰਾ, ਗਵਾਰਾ ਤੇ ਮੱਕੀ ਨਜ਼ਰਾਨੇ ਵਜੋਂ ਦੇ ਕੇ ਆਪਣੀ ਜਾਨ ਬਚਾਵਾਂਗੇ। ਅਖੀਰ ਅਬਦਾਲੀ ਲਾਹੌਰ ਪਹੁੰਚਿਆ, ਆਪਣੇ ਜਰਨੈਲ ਵਲੀ ਹਸਨ ਨੂੰ ਕਹਿੰਦਾ ਹੁਣ ਕੋਈ ਰਾਹ ਨਹੀਂ ਬਚਿਆ ਮੇਰੇ ਕੋਲ। ਮੈਂ ਸਿੱਖਾਂ ਨੂੰ ਇਸ ਪੰਜਾਬ ਦੀ ਧਰਤੀ ਦੇ ਉੱਪਰੋਂ ਨੇਸਤੋ ਨਬੂਦ ਕਰਨਾ ਚਾਹੁੰਦਾ। ਮੈਂ ਨਹੀਂ ਚਾਹੁੰਦਾ ਇਹਨਾਂ ਦੇ ਖੂਨ ਦਾ ਇੱਕ ਕਤਰਾ ਵੀ ਪੰਜਾਬ ਦੀ ਧਰਤੀ ਦੇ ਉੱਪਰ ਬਚ ਜਾਵੇ। ਇੱਕ ਤੋਪ ਤਿਆਰ ਕਰੋ। ਤੋਪ ਤਿਆਰ ਕੀਤੀ ਗਈ। ਤੋਪ ਤਿਆਰ ਕੀਤੀ। ਲਾਹੌਰ ਤੋਂ 24 ਕੋਹ ਤੇ ਪਿੰਡ ਚਬੁਰਜੀ ਹੈ। ਚਬੁਰਜੀ ਦਾ ਇੱਕ ਮੁਸਲਮਾਨ ਲਾਹੌਰ ਸੀ, ਸ਼ਾਹ ਨਜ਼ੀਰ। ਸ਼ਾਹ ਨਜ਼ੀਰ ਨੇ ਤੋਪ ਤਿਆਰ ਕੀਤੀ। ਉਸ ਤੋਪ ਦੇ ਵਾਸਤੇ 24 ਕੋਹ ਦੇ ਪਿੰਡਾਂ ਦੇ ਵਿੱਚੋਂ ਜਿੰਨੇ ਵੀ ਲੋਕਾਂ ਦੇ ਘਰਾਂ 'ਚ ਕਾਂਸੀ, ਤਾਂਬੇ ਤੇ ਪਿੱਤਲ ਦੇ ਬਰਤਨ ਸੀ, ਇਕੱਠੇ ਕੀਤੇ ਗਏ। 5 ਧਾਤਾਂ ਨੂੰ ਤੋਪ ਕੇ ਦੁਨੀਆ ਦੀ ਉਸ ਵੇਲੇ ਸਭ ਤੋਂ ਵੱਡੀ ਤੋਪ ਤਿਆਰ ਕੀਤੀ ਗਈ। ਜਦੋਂ ਅਬਦਾਲੀ ਦੇ ਸਾਹਮਣੇ ਤੋਪ ਪੇਸ਼ ਕੀਤੀ, ਚਲਾ ਕੇ ਵੇਖੀ ਤੇ ਸੱਚ ਜਾਣੇ ਉਸ ਤੋਪ ਦੇ ਵਿੱਚ 21 ਕਿਲੋ ਬਰੂਦ ਪੈਂਦਾ ਸੀ। 21 ਕਿਲੋ ਬਰੂਦ 'ਚ ਭਰੀ ਤੋਪ ਜਦੋਂ ਪਲੀਤਾ ਲਾ ਕੇ ਚਲਾਈ ਗਈ ਆਤਿਸ਼ਬਾਰ ਨੇ, ਜ਼ਮੀਨ ਕੰਬ ਗਈ। ਅਬਦਾਲੀ ਸ਼ਾਹ ਨਜ਼ੀਰ ਨੂੰ ਕਹਿੰਦਾ ਤੋਪ ਦਾ ਨਾਮ ਕੀ ਹੈ? ਉਸਨੇ ਫਾਰਸੀ 'ਚ ਤੋਪ ਦਾ ਨਾਮ ਦੱਸਿਆ, ਪੀਕਰੇ ਅਜ਼ਦਹੇ ਆਤਿਸ਼ਬਾਰ। ਜੇਕਰ ਅੱਜ ਵੀ ਉਸ ਤੋਪ ਦੀ ਅਬਜਦ ਨੂੰ ਪੜ੍ਹੀਏ ਨਾ, ਫਾਰਸੀ ਦਾ ਇੱਕ ਤਰੀਕਾ ਹੈ ਕਿ ਅਬਜਦ ਦੇ ਵਿੱਚ ਅੱਖਰਾਂ ਦੇ ਵਿੱਚ ਡਿਜੀਟਲ ਵੇਟ ਹੁੰਦਾ ਹੈ। ਅਕਸਰ ਜਦੋਂ ਤੁਸੀਂ ਕਿਤੇ ਜਾਂਦੇ ਹੋ, ਹੁਣ ਤਾਂ ਸਾਡੇ ਸਿੱਖ ਮੁੰਡਿਆਂ ਨੇ ਵੀ ਸ਼ਰਮ ਲਾ ਦਿੱਤੀ ਹੈ, ਕੜਿਆਂ ਤੇ 786 ਲਿਖਾਇਆ ਹੁੰਦਾ ਹੈ। ਇਸਲਾਮੀ ਪਰੰਪਰਾ ਦੇ ਵਿੱਚ ਜੇਕਰ ਅਰਬੀ ਔਰ ਫਾਰਸੀ ਦੇ ਸ਼ਬਦਾਂ ਦਾ ਗੁਣਾਤਮਕ ਅਧਿਐਨ ਕਰਕੇ ਮੁੱਲ ਦੇ ਰੂਪ 'ਚ ਲਿਖਿਆ ਜਾਵੇ, ਜਿਸ ਤਰ੍ਹਾਂ ਤੁਸੀਂ ਅੱਜ ਸਤਿ ਸ੍ਰੀ ਅਕਾਲ ਲਿਖਣਾ ਹੋਵੇ ਤੇ ਲਿਖ ਦਿੰਦੇ ਹੋ SSA, ਇਸੇ ਤਰ੍ਹਾਂ ਫਾਰਸੀ ਦੇ ਵਿੱਚ ਬਿਸਮਿਲ੍ਲਾਹਿਰ ਰਹਿਮਾਨੁਰ ਰਹੀਮ ਲਿਖਣਾ ਹੋਵੇ ਤੇ 786 ਪਾਇਆ ਜਾਂਦਾ। ਸਾਡਾ ਤੇ ਇਹਦੇ ਨਾਲ ਸੰਬੰਧ ਹੀ ਕੋਈ ਨਹੀਂ। ਤੁਸੀਂ 786 ਪੜ੍ਹਦੇ ਹੋ, ਕਦੀ ਮੁਸਲਮਾਨ 786 ਨਹੀਂ ਪੜ੍ਹੇਗਾ। ਉਹ 786 ਵੇਖ ਕੇ ਕਹੇਗਾ ਬਿਸਮਿਲ੍ਲਾਹਿਰ ਰਹਿਮਾਨੁਰ ਰਹੀਮ, ਉਹ ਇੰਜ ਨਹੀਂ ਪੜ੍ਹੇਗਾ, 786 ਨਹੀਂ ਪੜ੍ਹੇਗਾ। ਖੈਰ, ਜਿਹੜੀ ਤੋਪ ਦੀ ਅਬਜਦ ਹੈ ਉਹਦੇ ਮੁਤਾਬਕ ਤੋਪ ਜਿਹੜੀ ਹੈ 1759-60 ਚ ਤਿਆਰ ਹੋ ਗਈ। ਅਬਦਾਲੀ ਉਸ ਨੇ ਸ਼ਾਹ ਨਜ਼ੀਰ ਨੂੰ ਕਹਿੰਦਾ ਤੋਪ ਦਾ ਨਾਮ ਕੀ ਹੈ? ਕਹਿੰਦਾ ਪੀਕਰੇ ਅਜ਼ਦਹੇ ਆਤਿਸ਼ਬਾਰ। ਪੀਕਰੇ ਅਜ਼ਦਹੇ ਆਤਿਸ਼ਬਾਰ। ਪੀਕਰ ਕਿਹਾ ਜਾਂਦਾ ਤੋਪ ਨੂੰ, ਅਜ਼ਦਹਾ ਕਿਹਾ ਜਾਂਦਾ ਵੱਡੇ ਸੱਪ ਨੂੰ, ਆਤਿਸ਼ਬਾਰ ਜਿਹੜਾ ਮੂੰਹ ਚੋਂ ਅੱਗ ਸੁੱਟਦਾ ਹੋਵੇ। ਤੋਪ ਦਾ ਨਾਮ ਰੱਖਿਆ ਗਿਆ ਮੂੰਹ ਦੇ ਵਿੱਚੋਂ ਅੱਗ ਸੁੱਟਣ ਵਾਲਾ ਸੱਪ। ਅਬਦਾਲੀ ਕਹਿੰਦਾ ਨਹੀਂ, ਮੈਂ ਤੋਪ ਦੇ ਨਾਮ ਤੋਂ ਖੁਸ਼ ਨਹੀਂ। ਇੰਨੀ ਵੱਡੀ ਦੁਨੀਆ ਦੀ ਤੋਪ ਹੈ, ਨਾਮ ਧਾਰਮਿਕ ਰੱਖਣਾ ਚਾਹੁੰਦਾ, ਕਿਉਂਕਿ ਮੈਂ ਸਿੱਖਾਂ ਨੂੰ ਕੇਵਲ ਕਤਲ ਨਹੀਂ ਕਰਨਾ, ਵਿਨਾਸ਼ ਨਹੀਂ ਕਰਨਾ, ਮੈਂ ਆਪਣੇ ਧਰਮ ਦਾ ਪ੍ਰਕਾਸ਼ ਤੇ ਵਿਕਾਸ ਵੀ ਕਰਨਾ। ਇਸ ਕਰਕੇ ਤੋਪ ਦਾ ਨਾਮ ਬਦਲ ਦਿਓ। ਤੋਪ ਦਾ ਨਾਮ ਰੱਖਿਆ ਗਿਆ ਜਮਜਮ। ਇਸਲਾਮ ਧਰਮ ਦੇ ਵਿੱਚ ਜਿਸ ਤਰ੍ਹਾਂ ਹਿੰਦੂ ਧਰਮ ਦੇ ਵਿੱਚ ਵੀਰ ਗੰਗਾ ਦਾ ਪਾਣੀ ਘਰ 'ਚ ਰੱਖਦੇ ਨੇ, ਜਦੋਂ ਮੁਸਲਮਾਨ ਹੱਜ ਕਰਨ ਜਾਂਦੇ ਨੇ ਉਹ ਜਮਜਮਾ ਨਾਮ ਦੇ ਚਸ਼ਮੇ ਦਾ ਪਾਣੀ ਲੈ ਕੇ ਆਉਂਦੇ ਨੇ। ਕਿਹਾ ਜਾਂਦਾ ਹੈ ਕਿ ਜਿਸ ਵੇਲੇ ਹਜ਼ਰਤ ਇਬਰਾਹੀਮ ਦਾ ਬੇਟਾ ਇਸਮਾਇਲ ਧੁੱਪੇ ਪਿਆ ਸੀ ਤੇ ਉਸ ਵੇਲੇ ਇੱਕ ਪੱਥਰ ਨੇ ਉਹਨੂੰ ਛਾਂ ਕੀਤੀ ਸੀ, ਉਹਨੇ ਅੱਡੀਆਂ ਰਗੜਨ ਦੇ ਨਾਲ ਪਾਣੀ ਦਾ ਚਸ਼ਮਾ ਫੁੱਟ ਪਿਆ ਹੈ ਤੇ ਇੱਕ ਮਿਠਾਸ, ਤੇ ਉਸ ਪਾਣੀ ਨੂੰ ਬੜਾ ਪਵਿੱਤਰ ਮੰਨਿਆ ਜਾਂਦਾ ਹੈ। ਉਸ ਦੇ ਨਾਮ ਦੇ ਤੋਪ ਦਾ ਨਾਮ ਜਮਜਮਾ ਰੱਖਿਆ ਗਿਆ। ਅੱਜ ਇਹ ਤੋਪ ਲਾਹੌਰ ਦੇ ਕਿਲੇ ਦੇ ਸਾਹਮਣੇ ਖੜੀ ਹੈ। ਤੁਹਾਨੂੰ ਮਾਣ ਹੋਣਾ ਚਾਹੀਦਾ, ਉਹਨੂੰ ਭੰਗੀਆਂ ਵਾਲੀ ਤੋਪ ਕਿਹਾ ਜਾਂਦਾ ਹੈ।
ਭੰਗੀ ਮਿਸਲ ਦੇ ਸਰਦਾਰਾਂ ਨੇ ਪਹਿਲੇ ਹੱਲੇ 'ਚ ਅਬਦਾਲੀ ਦੇ ਕੋਲ ਖੋਹ ਲਈ। ਅਬਦਾਲੀ ਇਹ ਤੋਪ ਲੈ ਕੇ ਸਿੱਖਾਂ ਦੇ ਉੱਪਰ ਹਮਲਾ ਕਰਨ ਦੇ ਵਾਸਤੇ 5 ਫਰਵਰੀ 1762 ਕੱਲ ਦਾ ਦਿਨ ਕੁੱਪਰਹੀੜੇ ਦੇ ਮੈਦਾਨ ਦੇ ਵਿੱਚ ਪਹੁੰਚਿਆ। ਸਿੱਖਾਂ ਦੇ ਕੋਲ ਵਹੀਰ ਹੈ, ਆਪਣੇ ਬੱਚੇ ਨੇ, ਬਜ਼ੁਰਗ ਨੇ, ਮਾਤਾਵਾਂ ਨੇ, ਬੇਟੀਆਂ ਨੇ, ਤੇ ਸਾਰੀਆਂ ਮਿਸਲਾਂ ਜਿਹੜੀਆਂ ਇਕੱਠੀਆਂ ਹੋ ਕੇ ਵਹੀਰ ਦੇ ਆਲੇ ਦੁਆਲੇ ਇੱਕ ਚੱਕਰ ਬਣਾਇਆ ਜਾਂਦਾ ਹੈ। ਇਸ ਨੀਤੀ ਨੂੰ ਕਿਹਾ ਜਾਂਦਾ ਕਮਾਨ ਗੋਸ਼ ਨੀਤੀ। 18ਵੀਂ ਸਦੀ 'ਚ ਸਿੱਖਾਂ ਨੇ ਜਿੰਨੀਆਂ ਵੀ ਲੜਾਈਆਂ ਲੜੀਆਂ ਨੇ, ਦੋ ਨੀਤੀਆਂ ਅਪਣਾਈਆਂ ਨੇ। ਇੱਕ ਨੂੰ ਕਿਹਾ ਜਾਂਦਾ ਕਮਾਨ ਗੋਸ਼, ਇੱਕ ਨੂੰ ਕਿਹਾ ਜਾਂਦਾ ਘੋੜ ਸੰਭ। ਕਮਾਨ ਗੋਸ਼ ਉਲਟੇ ਚੰਦਰਮਾ ਵਰਗੀ ਹੁੰਦੀ ਹੈ, ਘੋੜ ਥੁੰਮ ਜਿਹੜੀ ਹੁੰਦੀ ਹੈ ਉਹ ਅਰਧ ਚੰਦਰਮਾ ਵਰਗੀ ਹੁੰਦੀ ਹੈ। ਇਹ ਲੜਨ ਦੀਆਂ ਸਾਡੀਆਂ ਨੀਤੀਆਂ ਨੇ 18ਵੀਂ ਸਦੀ ਦੇ ਵਿੱਚ। ਇੱਕ ਆਪਣੇ ਆਪ 'ਚ ਬੜਾ ਵੱਡਾ ਵਿਸ਼ਾ ਹੈ, ਇਸ ਸਮੇਂ ਸਟੇਜ ਤੇ ਮੈਂ ਸਾਂਝਾ ਨਹੀਂ ਕਰ ਸਕਦਾ। ਖੈਰ, ਉਸ ਨੀਤੀ ਦੇ ਮੁਤਾਬਕ ਸਿੱਖ ਜਿਹੜੇ ਨੇ ਇੱਕ ਚੱਕਰ ਦੇ ਵਿੱਚ ਘੁੰਮ ਰਹੇ ਨੇ। ਵਿਚਕਾਰ ਬਜ਼ੁਰਗ ਨੇ, ਬੱਚੇ ਨੇ, ਬੀਬੀਆਂ ਨੇ, ਆਲੇ ਦੁਆਲੇ ਸ਼ਸਤਰਧਾਰੀ ਸੂਰਮੇ ਨੇ। ਇੱਕ ਪਾਸੇ ਤੋਂ ਅਬਦਾਲੀ ਨੇ ਹਮਲਾ ਕਰ ਦਿੱਤਾ, ਇੱਕ ਪਾਸੇ ਤੋਂ ਜੈਨ ਖਾਨ ਨੇ ਕਰ ਦਿੱਤਾ, ਇੱਕ ਪਾਸੇ ਤੋਂ ਭੀਖਨ ਖਾਨ ਨੇ ਕਰ ਦਿੱਤਾ। ਸਾਰੇ ਪਾਸੇ ਤੋਂ ਹਮਲਾ ਹੋ ਰਿਹਾ ਹੈ। ਸਰਦਾਰ ਚੜਤ ਸਿੰਘ ਉਸ ਵੇਲੇ ਆਪਣੀ ਸ਼ਮਸ਼ੀਰ ਨੂੰ ਬੇਮਿਆਨ ਕਰਕੇ ਕਹਿੰਦਾ, ਸਿੱਖੋ ਅਸੀਂ ਥੋੜਾ ਥੋੜਾ ਆਪਣੇ ਆਪ ਨੂੰ ਛੋਟੇ ਜਥਿਆਂ 'ਚ ਵੰਡ ਲਈਏ ਤੇ ਆਪੋ ਆਪਣੀ ਮਿਸਲ, ਆਪੋ ਆਪਣੇ ਵਹੀਰ ਦੀ ਰਾਖੀ ਕਰੇ, ਅਬਦਾਲੀ ਦਾ ਧਿਆਨ ਵੰਡਿਆ ਜਾਵੇਗਾ। ਸੀ ਤਾਂ ਵਧੀਆ ਪਾਲਿਸੀ, ਪਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਉਸ ਵੇਲੇ ਇੱਕ ਸ਼ਬਦ ਕਹੇ, ਮਿਸਲ ਵੰਡ ਅਬ ਕਬੇ ਨਾ ਪਾਵੋ, ਰਲ ਮਿਲ ਖੜ ਤੁਰ ਪੰਥ ਬਚਾਓ। ਨਹੀਂ, ਮਿਸਲ ਵੰਡ ਨਾ ਪਾਈਏ, ਇਕੱਠੇ ਹੋ ਕੇ ਲੜੀਏ। ਕੌਮ ਦਾ ਲੀਡਰ ਸੀ, ਸਮਰਪਣ ਵੇਖਿਓ। ਇੱਕ ਲੀਡਰ ਨੇ ਗੱਲ ਕਹੀ, ਦੂਜੇ ਨੇ ਉਸੇ ਵੇਲੇ ਮੰਨ ਲਈ। ਉਸਨੇ ਕਿਹਾ ਠੀਕ ਹੈ। ਹਰੀ ਰਾਮ ਗੁਪਤਾ ਲਿਖਦਾ ਹੈ, ਕਹਿੰਦਾ ਸਿੱਖ ਇਸ ਤਰ੍ਹਾਂ ਲੜ ਰਹੇ ਸੀ ਤੇ ਆਪਣੇ ਬਜ਼ੁਰਗਾਂ ਤੇ ਬੱਚਿਆਂ ਦਾ ਬਚਾਅ ਕਰ ਰਹੇ ਸੀ ਜਿਵੇਂ ਕੁਕੜੀ ਆਪਣੇ ਖੰਭਾਂ ਦੇ ਹੇਠ ਬੱਚਿਆਂ ਨੂੰ ਲੈ ਕੇ ਤੁਰਦੀ ਹੈ। ਉਹ ਇੱਕ ਸ਼ਬਦ ਵਰਤਦਾ ਹੈ, ਸਿਕਸ ਵਰ ਵਾਕਿੰਗ ਐਂਡ ਫਾਈਟਿੰਗ, ਫਾਈਟਿੰਗ ਐਂਡ ਵਾਕਿੰਗ। ਉਹ ਲੜ ਰਹੇ ਸੀ ਤੇ ਤੁਰ ਰਹੇ ਸੀ, ਤੁਰ ਰਹੇ ਸੀ ਤੇ ਲੜ ਰਹੇ ਸੀ। ਸਿੱਖਾਂ ਦਾ ਸਭ ਤੋਂ ਔਖਾ ਸਮਾਂ, ਸ਼ਾਮ ਤੱਕ 30,000 ਤੋਂ ਵੱਧ ਸਿੱਖ ਸ਼ਹੀਦ ਹੋ ਗਿਆ। ਪੰਥ ਪ੍ਰਕਾਸ਼ ਦਾ ਲਿਖਾਰੀ ਤਾਂ ਇੱਥੋਂ ਤੱਕ ਕਹਿ ਦਿੰਦਾ, ਲੋਕ ਕਹੇ ਸਿੰਘ ਸਭ ਗਿਆ ਮਾਰਾ, ਬਚਿਓ 50 ਔਰ ਖੱਪ ਗਿਓ ਸਾਰਾ। ਸਿਰਫ 50 ਆਗੂ ਬਚੇ ਔਰ ਇੱਕ ਵੀ ਆਗੂ ਐਸਾ ਨਹੀਂ ਸੀ ਜਿਹਦੇ ਤਨ ਦੇ ਉੱਪਰ 18 ਤੋਂ ਘੱਟ ਜ਼ਖਮਾਂ ਦੇ ਨਿਸ਼ਾਨ ਹੋਣ। ਸਰਦਾਰ ਚੜ੍ਹ ਸਿੰਘ ਸ਼ੁਕਰ ਚੱਕੀ ਦੇ ਸਰੀਰ ਦੇ ਉੱਪਰ 22 ਜ਼ਖਮ ਲੱਗੇ ਸੀ ਔਰ ਕੋਈ ਐਸਾ ਸਿੱਖ ਨਹੀਂ ਸੀ ਜਿਹਦੇ ਕੱਪੜੇ ਨੂੰ ਪਛਾਣ ਕੇ ਇਹ ਦੱਸਿਆ ਜਾ ਸਕੇ ਕਿ ਇਹਨੇ ਕਿਹੜੇ ਰੰਗ ਦੇ ਬਸਤਰ ਪਹਿਨੇ ਨੇ। ਸਾਰਿਆਂ ਦੇ ਬਸਤਰ ਖੂਨ ਦੇ ਵਿੱਚ ਲਾਲ ਸੀ, ਤਲਵਾਰਾਂ ਖੁੰਡੀਆਂ ਹੋ ਚੁੱਕੀਆਂ ਸੀ। ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਲੜਾਈ 6 ਕੋਹ ਦੇ ਇਲਾਕੇ 'ਚ ਸਿੱਖਾਂ ਨੇ ਲੜੀ ਸੀ। ਅਖੀਰ ਵਹੀਰ ਦਾ ਇੱਕ ਪਾਸਾ ਟੁੱਟ ਗਿਆ, ਫੌਜ ਅੰਦਰ ਦਾਖਲ ਹੋਈ, ਵਹੀਰ ਦੀ ਕੱਟਾ ਵੱਢ ਹੋਈ, ਬੱਚੇ ਮਾਰੇ ਗਏ, ਜਨਾਨੀਆਂ ਮਾਰੀਆਂ ਗਈਆਂ, ਬਜ਼ੁਰਗ ਮਾਰੇ ਗਏ। ਇਸ ਘੇਰੇ ਦੇ ਵਿੱਚ ਸਰਦਾਰ ਚੜ੍ਹ ਸਿੰਘ ਨੂੰ ਮੰਗਾਰ ਕੇ ਸਰਦਾਰ ਕਾਹਨ ਸਿੰਘ ਇੱਕ ਗੱਲ ਕਹਿੰਦਾ, ਚੜ੍ਹ ਸਿੰਘ ਤੂੰ ਤੇ ਕਹਿੰਦਾ ਸੀ ਅਬਦਾਲੀ ਦੇ ਨਾਲ ਸਿੱਧਾ ਮੁਕਾਬਲਾ ਕਰਨਾ, ਉਹ ਸਾਹਮਣੇ ਅਬਦਾਲੀ ਹੈ। ਚੜ੍ਹ ਸਿੰਘ ਅਬਦਾਲੀ ਵੱਲ ਜਾ ਰਿਹਾ ਹੈ। ਚੜ੍ਹ ਸਿੰਘ ਨੂੰ ਆਉਂਦਾ ਵੇਖ ਕੇ ਅਬਦਾਲੀ ਲਾਂਭੇ ਹੋ ਗਿਆ ਤੇ ਉਹਨੇ ਚਿਰ ਨੂੰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੁਸ਼ਮਣ ਦੇ ਘੇਰੇ 'ਚ ਘੇਰਿਆ ਗਿਆ। ਸਰਦਾਰ ਆਹਲੂਵਾਲੀਏ ਦਾ ਇੱਕ ਅੰਗ ਰੱਖਿਅਕ ਸੀ ਸਰਦਾਰ ਗੁਰਮੁਖ ਸਿੰਘ। ਸਰਦਾਰ ਗੁਰਮੁਖ ਸਿੰਘ ਨੇ ਸੋਚਿਆ ਕਿ ਇਸ ਭਿਆਨਕ ਜੰਗ ਦੇ ਵਿੱਚ ਕੌਮ ਦਾ ਜਰਨੈਲ ਜੇਕਰ ਸ਼ਹੀਦ ਹੋ ਕੇ ਮੈਦਾਨੇ ਜੰਗ 'ਚ ਡਿੱਗ ਪਿਆ, ਕੌਮ ਦੇ ਪੈਰ ਹਿੱਲ ਜਾਣਗੇ। ਉਸਨੇ ਆਪਣੀ ਤਲਵਾਰ ਦੇ ਮਿਆਨ ਦੇ ਨਾਲ ਜੱਸਾ ਸਿੰਘ ਆਹਲੂਵਾਲੀਏ ਦੇ ਘੋੜੇ ਨੂੰ ਮਿਆਨ ਮਾਰ ਕੇ ਘੇਰੇ 'ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਜਿਸ ਵੇਲੇ ਆਹਲੂਵਾਲੀਏ ਨੇ ਵੇਖਿਆ ਤੇ ਉਸਨੇ ਮਿਆਨ ਨੂੰ ਰੋਕ ਦਿੱਤਾ। ਕਹਿੰਦਾ ਵੇਖੀ ਗੁਰਮੁਖ ਸਿੰਘ, ਵੇਖੀ ਗੁਰਮੁਖ ਸਿੰਘ, ਕਿਤੇ ਮੇਰੇ ਘੋੜੇ ਨੂੰ ਇਸ ਘੇਰੇ 'ਚੋਂ ਬਾਹਰ ਨਾ ਕੱਢੀ। ਕਹਿੰਦਾ ਖਾਲਸਾ ਜੀ ਕਿਉਂ? ਕਹਿੰਦਾ ਸਿੰਘ ਸੁਨੇ, ਪੰਥ ਪ੍ਰਕਾਸ਼ ਦੇ ਸ਼ਬਦ, ਸਿੰਘ ਸੁਨੇ ਹਮ ਕੋ ਕਰੇ ਠੱਠਾ, ਘੋੜਾ ਕੁਦਾਏ ਜੱਸਾ ਸਿੰਘ ਨੱਠਾ। ਉਹ ਮੈਂ ਕੱਲ ਨੂੰ ਕਿਹੜਾ ਮੂੰਹ ਲੈ ਕੇ ਆਪਣੀ ਕੌਮ ਦੇ ਸਾਹਮਣੇ ਜਾਊਂਗਾ ਕਿ ਜਿਸ ਵੇਲੇ ਸਰੀਰ ਤੇ ਜ਼ਖਮ ਲੱਗਣ ਲੱਗੇ ਸੀਗੇ, ਜੱਸਾ ਸਿੰਘ ਆਹਲੂਵਾਲੀਆ ਘੇਰੇ ਚੋਂ ਬਾਹਰ ਆ ਗਿਆ ਸੀ। ਸਿੰਘ ਸੁਨੇ ਹਮ ਕੋ ਕਰੇ ਠੱਠਾ, ਘੋੜਾ ਕੁਦਾਏ ਜੱਸਾ ਸਿੰਘ ਨੱਠਾ, ਕਿਆ ਮੁਖ ਲਾਏ ਬੈਠੇ ਦੀਵਾਨ, ਕਰੇ ਸਿੰਘ ਮਸਕਰੀ ਆਨ। ਮੈਨੂੰ ਪੰਥ ਨੇ ਕੌਮ ਦਾ ਸ਼ਹਿਨਸ਼ਾਹ ਬਣਾਇਆ, ਸੁਲਤਾਨੁਲ ਕੌਮ ਕਿਹਾ ਹੈ। ਜਦੋਂ ਮੈਂ ਦੀਵਾਨ ਲਾ ਕੇ ਬੈਠੂੰਗਾ, ਇੱਕ ਸਿੱਖ ਮੈਨੂੰ ਮਜ਼ਾਕ ਕਰੇਗਾ, ਮਸ਼ਕਰੀ ਕਰੇਗਾ। ਆ ਜੱਸਾ ਸਿੰਘ ਆਹਲੂਵਾਲੀਆ ਜਿਹੜਾ ਮੈਦਾਨੇ ਜੰਗ ਦੇ ਵਿੱਚ ਕਿਰਪਾਨ ਦੇ ਫੱਟ ਤੋਂ ਡਰਦਾ ਘੋੜਾ ਭਜਾ ਕੇ ਆ ਗਿਆ ਸੀ। ਕਿਆ ਮੁਖ ਲਾਏ ਬੈਠੇ ਦੀਵਾਨ, ਕਰੇ ਸਿੱਖ ਮਸ਼ਕਰੀ ਆਨ, ਪੰਥ ਹਮ ਕੋ ਪਾਤਸ਼ਾਹ ਬਣਾਇਓ, ਤੁਮ ਚਾਹਤ ਗੀਦੀ ਅਖਵਾਇਓ। ਪੰਥ ਨੇ ਮੈਨੂੰ ਸੁਲਤਾਨੁਲ ਕੌਮ, ਪੰਥ ਦਾ ਬਾਦਸ਼ਾਹ ਬਣਾਇਆ ਤੇ ਤੂੰ ਕਹਿ ਰਿਹਾ ਕਿ ਮੈਂ ਗਿੱਦੜ ਬਣ ਕੇ ਇੱਥੋਂ ਭੱਜ ਜਾਵਾਂ। ਸਰਦਾਰ ਜੱਸਾ ਸਿੰਘ ਆਹਲੂਵਾਲੀਆ 22 ਫੱਟ ਉਸ ਵੇਲੇ ਸਰੀਰ ਤੇ ਲੱਗੇ। ਚੜ੍ਹ ਸਿੰਘ ਦੇ ਸਰੀਰ ਤੇ ਫੱਟ ਲੱਗੇ ਤੇ 50,000 ਸਿੱਖ ਦੀ ਲਾਸ਼ ਪਈ ਹੈ। ਸ਼ਾਮ ਨੂੰ ਸਿੱਖ ਰਹਿ ਰਾਸ ਦਾ ਪਾਠ ਕਰ ਰਹੇ ਨੇ। ਮਾਫ ਕਰਨਾ, ਅੱਜ ਸਾਡੇ ਘਰਾਂ 'ਚ ਸਾਰੀਆਂ ਸੁੱਖ ਸਹੂਲਤਾਂ, ਸਾਡੇ ਕੋਲ ਏਸੀ, ਸਾਡੇ ਕੋਲ ਏਸੀ ਕਾਰਾਂ, ਸੋਹਣੇ ਕਮਰੇ, ਸੋਹਣੇ ਸੋਫੇ, ਫਿਰ ਵੀ ਨਿਤਨੇਮ ਵਿਸਰਦਾ ਜਾ ਰਿਹਾ, ਫਿਰ ਵੀ ਨਿਤਨੇਮ ਵਿਸਰਦਾ ਜਾ ਰਿਹਾ। ਕਿੰਤੂ ਕੀਤਾ ਜਾ ਰਿਹਾ। ਅੰਮ੍ਰਿਤ ਵੇਲਾ ਕਿਉਂ? ਨਿਤਨੇਮ ਦੀਆਂ ਬਾਣੀਆਂ ਕਿਉਂ? ਅਸੀਂ ਸਮਝ ਰਹੇ ਚੰਗਾ ਪ੍ਰਚਾਰ ਹੋ ਰਿਹਾ ਹੈ, ਸਾਨੂੰ ਖੁੱਲ੍ਹ ਮਿਲ ਰਹੀ ਹੈ, ਅਸੀਂ ਨਿਤਨੇਮ ਤੋਂ ਦੂਰ ਜਾ ਰਹੇ ਹਾਂ।
ਤੇ ਸੱਚ ਜਾਣਿਓ ਉਹ ਖਿਆਲ ਕਰੋ ਜਦੋਂ ਆਪਣੇ ਬਜ਼ੁਰਗਾਂ ਦੀਆਂ, ਬੱਚੀਆਂ ਦੀਆਂ, ਮਾਵਾਂ ਦੀਆਂ, ਭੈਣਾਂ ਦੀਆਂ 50,000 ਲਾਸ਼ਾਂ ਬੈਠੀਆਂ ਹੋਣ ਤੇ ਸਿੱਖ ਜਿਹੜਾ ਉੱਥੇ ਨਿਤਨੇਮ ਰਹਿ ਰਾਸ ਦਾ ਪਾਠ ਕਰਕੇ ਰਾਤ ਨੂੰ ਅਰਦਾਸ ਕੀ ਕਰ ਰਿਹਾ ਹੋਵੇ, ਤਤ ਖਾਲਸਾ ਰਹਿ ਗਏ ਉਸੋ ਖੋਟ ਗਵਾਏ। ਇਹ ਕਲਗੀਧਰ ਪਾਤਸ਼ਾਹ ਜਿਹੜੇ ਕੱਚੇ ਪਿੱਲੇ ਸੀ, ਆਪਣੇ ਬੱਚੇ ਉਹ ਝੜ ਗਏ ਨੇ ਤੇ ਮੈਦਾਨੇ ਜੰਗ 'ਚ ਜੂਝਣ ਵਾਲਾ ਸੂਰਮਾ ਕਲਗੀਧਰ ਪਾਤਸ਼ਾਹ ਇਸ ਕੋਠਾਲੀ ਦੇ ਵਿੱਚੋਂ ਕੰਚਨ ਬਣ ਕੇ ਨਿਕਲਿਆ, ਸਵੇਰੇ ਫਿਰ ਲੜਾਂਗੇ। ਇਹ ਸਾਡੀ ਕੌਮ ਦੇ ਲੀਡਰ ਸੀ। ਸਰਦਾਰ ਬਘੇਲ ਸਿੰਘ ਜਿਨ੍ਹਾਂ ਦੀ ਗੱਲ ਚੱਲ ਰਹੀ ਸੀ ਉਹ ਵੀ ਇੱਥੇ ਸੀ। ਸਰਦਾਰ ਬਘੇਲ ਸਿੰਘ ਤੇ ਹੋਰ ਸਰਦਾਰਾਂ ਨੇ 15 ਵਾਰ ਦਿੱਲੀ ਨੂੰ ਫਤਿਹ ਕੀਤਾ। ਝਬਾਲ ਦੇ ਪਿੰਡ ਦੇ ਵਿੱਚ ਇਹਨਾਂ ਦਾ ਜਨਮ ਹੋਇਆ। ਅੰਮ੍ਰਿਤਸਰ ਜ਼ਿਲ੍ਹੇ ਦਾ ਪਿੰਡ ਹੈ ਝਬਾਲ। ਭਰਾਵਾਂ ਦੇ ਨਾਲ ਤਫਰਕਾਤ ਹੋਏ, ਇਸ ਇਲਾਕੇ ਦੇ ਵਿੱਚ ਆ ਗਏ। 25 ਸਾਲ ਦੀ ਉਮਰ ਦੇ ਵਿੱਚ ਕਰੋੜ ਸਿੰਘੀਆ ਮਿਸਲ ਦੇ ਵਿੱਚ ਆਏ। 1765 ਦੇ ਵਿੱਚ ਇਹ ਕਰੋੜ ਸਿੰਘੀਆ ਮਿਸਲ ਦੇ ਜਿਹੜੇ ਸੀਗੇ ਉਹ ਮੁਖੀ ਬਣ ਗਏ। ਸਰਦਾਰ ਬਘੇਲ ਸਿੰਘ ਕਰੋੜ ਸਿੰਘੀਆ ਕਿਹਾ ਜਾਣ ਲੱਗਾ। ਪੂਰਬੀ ਪੰਜਾਬ ਤੋਂ ਲੈ ਕੇ ਸਹਾਰਨਪੁਰ ਤੱਕ ਦਾ ਇਹਨਾਂ ਨੇ ਇਲਾਕਾ ਫਤਿਹ ਕੀਤਾ। ਸਹਾਰਨਪੁਰ ਦਾ ਇਲਾਕਾ ਕਿਉਂ ਫਤਿਹ ਕੀਤਾ? ਕਿਉਂਕਿ ਵੱਡੇ ਘੱਲੂਘਾਰੇ ਦੇ ਵਿੱਚ 1762 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਦੀ ਸਭ ਤੋਂ ਵੱਧ ਮਦਦ ਕੀਤੀ ਸੀ ਨਜੀਬੋ ਦੌਲਾ ਨੇ। ਤੇ ਜਦੋਂ ਸਰਦਾਰ ਬਘੇਲ ਸਿੰਘ ਨੂੰ ਪਤਾ ਲੱਗਾ ਕਿ ਨਜੀਬੋ ਦੌਲਾ ਨੇ ਸਭ ਤੋਂ ਵੱਧ ਮਦਦ ਕੀਤੀ ਹੈ, ਉਸ ਵੇਲੇ ਸਹਾਰਨਪੁਰ ਚਾਲੇ ਪਾ ਲਏ ਸੀ। ਨਜੀਬੋ ਦੌਲਾ ਦੇ ਨਾਲ ਜੰਗ ਹੋਈ। ਇਹ ਜੰਗ ਕੁਝ ਦਿਨਾਂ ਬਾਅਦ ਯਾਨੀ ਕਿ 20 ਫਰਵਰੀ 1764 ਨੂੰ ਹੋਈ। ਇਸ ਜੰਗ ਦੇ ਵਿੱਚ ਨਜੀਬੋ ਦੌਲਾ ਸਮਝ ਗਿਆ ਕਿ ਮੈਂ ਸਿੱਖਾਂ ਦੇ ਸਾਹਮਣੇ ਜਿੱਤ ਨਹੀਂ ਸਕਦਾ। ਅਖੀਰ ਉਸਨੇ ਆਪਣੇ ਗੋਡੇ ਟੇਕ ਦਿੱਤੇ ਤੇ ਪਹਿਲੀ ਵਾਰ 11 ਲੱਖ ਰੁਪਈਆ ਸਭ ਤੋਂ ਵੱਡਾ ਜ਼ਰਾਨਾ ਦੇ ਕੇ ਨਜੀਬੋ ਦੇ ਇਹਨਾਂ ਨੇ ਸਿੱਖਾਂ ਦੀ ਅਧੀਨਗੀ ਨੂੰ ਸਵੀਕਾਰ ਕੀਤਾ। ਸਹਾਰਨਪੁਰ, ਉਸ ਤੋਂ ਬਾਅਦ ਬੰਦੇਲਖੰਡ ਦਾ ਇਲਾਕਾ ਫਤਿਹ ਕੀਤਾ, ਚੰਦੋਸੀ ਫਤਿਹ ਕੀਤਾ, ਨਜੀਬਾਬਾਦ ਫਤਿਹ ਕੀਤਾ, ਨਨੌਤੇ ਦਾ ਇਲਾਕਾ ਫਤਿਹ ਕੀਤਾ। ਸਹਾਰਨਪੁਰ ਦੇ ਸਾਰੇ ਇਲਾਕੇ ਨੂੰ ਫਤਿਹ ਕਰਕੇ ਗੰਗਾ ਤੇ ਜਮਨਾ ਤੇ ਦੁਆਬ ਦਾ ਇਲਾਕਾ ਜਿਹੜਾ ਸੀ ਖਾਲਸੇ ਨੇ ਆਪਣੇ ਪੈਰਾਂ ਹੇਠ ਮਧੋਲਿਆ। ਇਸ ਇਲਾਕੇ ਨੂੰ ਫਤਿਹ ਕਰਨ ਤੋਂ ਬਾਅਦ 1765 ਦੇ ਵਿੱਚ ਜਲਾਲਾਬਾਦ ਦਾ ਇੱਕ ਸੁਨੇਹਾ ਆਇਆ ਪੰਡਤ ਦਾ, ਮੇਰੀ ਬੇਟੀ ਨੂੰ ਮੀਰ ਹਸਨ ਖਾਨ ਨਾਂ ਦਾ ਜਰਨੈਲ ਜਿਹੜਾ ਚੁੱਕ ਕੇ ਲੈ ਗਿਆ। ਖਿਆਲ ਕਰਿਓ ਖਾਲਸੇ ਦਾ ਕਰਤੱਵ। ਪੰਜਾਬ 'ਚ ਜਰਨੈਲ ਬੈਠਾ ਹੈ, ਯੂਪੀ ਦੇ ਵਿੱਚ ਬੱਚੀ ਚੁੱਕੀ ਹੈ। ਇੱਕ ਬੱਚੀ ਦੇ ਵਾਸਤੇ ਉਹ ਲੋਕ ਜਿਨ੍ਹਾਂ ਨੇ ਸਾਡੇ ਵਡੇਰਿਆਂ ਦੇ ਗਲਾਂ 'ਚ ਦਿੱਲੀ 'ਚ ਟਾਇਰ ਪਾ ਪਾ ਕੇ ਸਾੜਿਆ, ਪਰ ਉਹਨਾਂ ਦੀ ਇੱਕ ਬੱਚੀ ਉਸ ਵੇਲੇ ਜਲਾਲਾਬਾਦ ਚੁੱਕੀ ਗਈ ਹੈ ਤੇ ਖਾਲਸਾ ਪੰਜਾਬ ਤੋਂ ਛਡਾਉਣ ਵਾਸਤੇ ਜਾ ਰਿਹਾ, ਸ਼ਹਾਦਤਾਂ ਦੇ ਰਿਹਾ ਤੇ ਮੀਰ ਹਸਨ ਨੂੰ ਮਾਰ ਕੇ ਬੱਚੀ ਨੂੰ ਘਰ ਵਾਪਸ ਲਿਆ ਕੇ ਪਰਿਵਾਰ ਨੂੰ ਸੌਂਪਿਆ। ਅਕਿਰਤਕਣ ਹੋ ਗਏ ਨੇ ਲੋਕ ਜਿਹੜੇ ਅੱਜ ਇਹਨਾਂ ਗੱਲਾਂ ਨੂੰ ਯਾਦ ਨਹੀਂ ਰੱਖ ਰਹੇ ਕਿ ਤੁਹਾਡੀ ਇੱਕ ਬੱਚੀ ਦੇ ਵਾਸਤੇ ਅਸੀਂ ਉੱਥੇ ਗਏ ਸੀ। ਮਾਫ ਕਰਨਾ, ਸਾਡੀਆਂ ਬੱਚੀਆਂ ਦੇ ਨਾਲ ਵੀ ਇਹਨਾਂ ਦਿੱਲੀ ਦੀਆਂ ਸੜਕਾਂ ਤੇ ਬਲਾਤਕਾਰ ਕੀਤੇ। ਔਰ ਸਾਡਾ ਕਰਤੱਵ ਕੀ ਸੀ? ਸਾਡਾ ਜੋ ਕਲਗੀਧਰ ਪਾਤਸ਼ਾਹ ਨੇ ਸਾਨੂੰ ਕਰਤੱਵ ਬਖਸ਼ਿਆ ਸੀਗਾ, ਸਾਡਾ ਉਹ ਸੀ ਕਿ ਨਿਜ ਨਾਰ ਕੇ ਸਾਥ ਦੇਹੋ ਤੁਮ ਨਿਤ ਬਡਈਓ, ਪਰ ਨਾਰੀ ਕੀ ਸੇਜ ਭੂਲ ਸੁਪਨੇ ਨਹੀਂ ਚਾਹੀਦੇ। ਇਹ ਸਾਡਾ ਕਿਰਦਾਰ ਸੀ ਜਿਸ ਦੇ ਬਾਰੇ ਨੂਰ ਮੁਹੰਮਦ ਨੂੰ ਇਹ ਗੱਲ ਕਹਿਣੀ ਪੈ ਗਈ। ਜਿਸ ਵੇਲੇ ਅਹਿਮਦ ਸ਼ਾਹ ਅਬਦਾਲੀ ਆਇਆ, ਉਸਦੇ ਜਵਾਈ ਨਾਸਰ ਖਾਨ ਦਾ ਇੱਕ ਟੀਚਰ ਸੀ ਨੂਰ ਮੁਹੰਮਦ, ਕਾਬਲ ਦੇ ਨੇੜੇ ਪਿੰਡ ਕਲਾਦ ਦਾ ਲਹਿਰਵਾਲਾ। ਆਪਣੇ ਜੰਗਨਾਮੇ 'ਚ ਹਰ ਥਾਂ ਤੇ ਸਿੱਖਾਂ ਨੂੰ ਕੁੱਤੇ ਲਿਖਦਾ, ਪਰ ਅਖੀਰ ਤੇ ਜਾ ਕੇ ਇੱਕ ਗੱਲ ਕਹਿੰਦਾ ਸਗਾਰਾ ਮਗੋ ਸਕੇ ਹਸਤੰਦ ਸ਼ੇਰ ਬਮਾਦਾ ਨੇ ਮਰਦਾ ਚੁ ਸ਼ੇਰਾਂ ਦਲੇਰ ਕਿ ਜਨਗਰ ਜਵਾਸਤ ਵਾਂ ਅਸਤ ਪੀਰ ਬਗੋ ਜ਼ੰਗ ਬੁੜੀਆ ਬਰੋ ਗੋਸ਼ਾ ਕੀ ਕਿ ਜ਼ਬਰ ਜਿਨਾ ਨਾ ਮਿਆਨੇ ਸਗਾ ਕਹਿੰਦਾ ਪੈਦਾ ਅਸਤ ਨਾ ਸਾਰਕ ਜਗਾ ਬਦਜਨਰ। ਕਹਿੰਦਾ ਮੈਂ ਬੇਸ਼ੱਕ ਇਹਨਾਂ ਨੂੰ ਕੁੱਤੇ ਕਹਿੰਦਾ, ਮੇਰਾ ਮਜ਼ਹਬੀ ਜਨੂਨ ਹੈ, ਮੈਂ ਨਫ਼ਰਤ ਕਰਦਾ, ਪਰ ਜੇਕਰ ਮੈਨੂੰ ਕੋਈ ਸੱਚਮੁੱਚ ਪੁੱਛੇ ਸਿੱਖ ਕੌਣ ਨੇ ਤੇ ਕਹਿੰਦਾ ਮੈਂ ਦਾਅਵੇ ਨਾਲ ਕਹਿ ਦਿੰਦਾ ਮੈਦਾਨੇ ਜੰਗ ਦੇ ਸੂਰਮੇ ਨੇ। ਇਹ ਸ਼ੇਰ ਨੇ। ਇਹਨਾਂ ਦੀ ਬਹਾਦਰੀ ਦਾ ਰਾਜ ਹੈ ਕਿ ਜਦੋਂ ਘੋੜੇ ਤੇ ਸਵਾਰ ਹੋ ਕੇ ਮੈਦਾਨੇ ਜੰਗ ਦੇ ਵਿੱਚ ਨਿਕਲਦੇ ਨੇ, ਦੁਸ਼ਮਣ ਦੀ ਔਰਤ ਆ ਜਾਵੇ, ਬੱਚੀ ਆ ਜਾਵੇ, ਬੀਬੀ ਆ ਜਾਵੇ, ਉਹਦੀ ਇੱਜ਼ਤ ਨਹੀਂ ਲੁੱਟਦੇ, ਉਸ ਦਾ ਸਤਿਕਾਰ ਕਰਦੇ ਨੇ, ਉਸ ਨੂੰ ਇੱਜ਼ਤ ਦਿੰਦੇ ਨੇ। ਇਸੇ ਕਰਕੇ ਕਹਿੰਦਾ ਜਨਗਰ ਜਵਾਂ ਅਸਤ ਵਾਂ ਅਸਤ ਪੀਰ ਬਗੋ ਜ਼ੰਗ ਬੁੜੀਆ ਬਰੋ ਗੋਸ਼ਾ ਕੀ, ਕਿਸੇ ਦੀ ਇੱਜ਼ਤ ਨਹੀਂ ਲੁੱਟਦੇ। ਇਹ ਸਿੱਖਾਂ ਦਾ ਅਖਲਾਕ ਹੈ। ਸੋ ਇੱਕ ਬੱਚੀ ਦੀ ਦੁਹਾਈ ਪਈ ਹੈ, ਸਰਦਾਰ ਬਘੇਲ ਸਿੰਘ ਉਸ ਦੀ ਇੱਜ਼ਤ ਨੂੰ ਬਚਾਉਣ ਵਾਸਤੇ ਗਿਆ। ਉਸ ਤੋਂ ਬਾਅਦ 1777 ਦੇ ਵਿੱਚ ਨਜੀਬੋ ਦੌਲਾ ਦੀ ਮੌਤ ਹੋ ਗਈ। ਨਜੀਬੋ ਦੌਲਾ ਦੀ ਮੌਤ ਤੋਂ ਬਾਅਦ ਉਸਦਾ ਬੇਟਾ ਜ਼ਾਬਤਾ ਖਾਨ ਹਾਕਮ ਬਣਿਆ। ਤੇ ਜਿਸ ਵੇਲੇ ਇਹ ਪਤਾ ਲੱਗਾ ਕਿ ਜ਼ਾਬਤਾ ਖਾਨ ਨਜੀਬਾਬਾਦ ਦਾ ਉਹ ਹਾਕਮ ਨਜੀਬੋ ਦੌਲਾ ਤਾਂ ਸਿੱਖਾਂ ਨੂੰ ਸਹਾਰਨਪੁਰ ਦੇ ਇਲਾਕੇ 'ਚ ਨਜ਼ਰਾਨਾ ਦਿੰਦਾ ਸੀ, ਪੁੱਤਰ ਨੇ ਨਜ਼ਰਾਨਾ ਦੇਣਾ ਬੰਦ ਕਰ ਦਿੱਤਾ। ਉਸੇ ਵੇਲੇ ਖਾਲਸਾ ਪੰਥ ਨੇ ਫਿਰ ਚਾਲੇ ਪਾ ਲਏ। ਹੁਣ ਖਿਆਲ ਕਰਿਓ ਸਿੱਖਾਂ ਦਾ ਕਿਰਦਾਰ ਕਿਵੇਂ ਦਾ ਹੋਵੇਗਾ, ਸਿੱਖਾਂ ਦਾ ਇਖਲਾਕ ਕਿਵੇਂ ਦਾ ਹੋਵੇਗਾ, ਗੁਰਸਿੱਖੀ ਦੀ ਭਾਵਨਾ ਕਿਵੇਂ ਦੀ ਹੋਵੇਗੀ। ਹਮਲਾ ਕਰਨ ਵਾਸਤੇ ਗਏ ਸੀ ਦੁਸ਼ਮਣ ਦੇ ਉੱਪਰ, ਜਦੋਂ ਦੁਸ਼ਮਣ ਨੇ ਸਿੱਖਾਂ ਦੇ ਅਸੂਲ ਵੇਖੇ ਤੇ ਨਜੀਬੋ ਦੌਲਾ ਦਾ ਪੁੱਤਰ ਜ਼ਾਬਤਾ ਖਾਨ ਅੰਮ੍ਰਿਤ ਛਕ ਕੇ ਧਰਮ ਸਿੰਘ ਬਣ ਗਿਆ। ਇੱਕ ਮੁਸਲਮਾਨ ਸ਼ਾਇਰ ਹੈ ਡਾਕਟਰ ਮੁਹੰਮਦ ਇਕਬਾਲ। ਡਾਕਟਰ ਮੁਹੰਮਦ ਇਕਬਾਲ ਦੀ ਇੱਕ ਫਾਰਸੀ ਦੀ ਕਿਤਾਬ ਹੈ ਬਾਂਗੇ ਦਰਾ।
ਬਾਂਗੇ ਦਰਾ ਦੇ ਵਿੱਚ ਇੱਕ ਨਜ਼ਮ ਹੈ ਜ਼ਾਲਮरहेला। ਜ਼ਾਲਮ रहेला ਦੇ ਬਾਰੇ ਸਰਦਾਰ ਕਪੂਰ ਸਿੰਘ ਨੇ ਇੱਕ ਸ਼ਬਦ ਵਰਤਿਆ, ਪੁਰਾਣੇ ਸਮੇਂ ਮਸ਼ਹੂਰ ਹੋ ਗਿਆ ਸੀ, ਐਸਾ ਏਕ ਗੁਰੂ ਕਾ ਚੇਲਾ ਆਧਾ ਸਿੱਖ ਆਧਾ रहेला। ਇਹ ਉਹਦੇ ਬਾਰੇ ਸੀ। ਇਸ ਗੁਲਾਮ ਕਾਦਰ रहेले ਨੇ ਮੇਰੀਓ ਭੈਣੋ, ਤੁਹਾਡੇ ਸੁਣਨ ਵਾਲੀ ਗੱਲ ਹੈ, ਜਦੋਂ ਕਾਦਰ रहेले ਨੇ ਦਿੱਲੀ ਤੇ ਕਬਜ਼ਾ ਕੀਤਾ, ਸ਼ਾਹ ਆਲਮ ਦਿੱਲੀ ਦਾ ਬਾਦਸ਼ਾਹ ਸੀ, ਤੈਮੂਰ ਦੇ ਖਾਨਦਾਨ ਦੇ ਵਿੱਚ, ਉਸ ਨੂੰ ਹਰਾ ਕੇ ਉਸ ਦੀਆਂ ਅੱਖਾਂ ਕੱਢ ਕੇ ਅੰਨੀਆਂ ਕਰ ਦਿੱਤੀਆਂ ਤੇ ਆਪਣੇ ਇੱਕ ਜਰਨੈਲ ਨੂੰ ਕਹਿੰਦਾ ਬੇਸ਼ੱਕ ਮੈਂ ਦਿੱਲੀ ਦੇ ਬਾਦਸ਼ਾਹ ਨੂੰ ਹਰਾ ਲਿਆ, ਪਰ ਹਰ ਮੇਰੇ ਮਨ 'ਚ ਡਰ ਰਹਿੰਦਾ, ਵਹਿਮ ਰਹਿੰਦਾ, ਕਿਤੇ ਇਹਦੀ ਔਲਾਦ ਦੁਬਾਰਾ ਮੇਰੇ ਕੋਲ ਰਾਜ ਨਾ ਲੈ ਲਵੇ। ਕੋਈ ਐਸਾ ਤਰੀਕਾ ਦੱਸ ਕਿ ਇਹਦੀ ਆਉਣ ਵਾਲੀ ਔਲਾਦ, ਇਹਦੀਆਂ ਆਉਣ ਵਾਲੀਆਂ ਪੀੜ੍ਹੀਆਂ ਮੇਰੇ ਕੋਲ ਰਾਜ ਨਾ ਲੈਣ। ਉਸ ਵਜ਼ੀਰ ਨੇ ਇੱਕ ਤਰਕੀਬ ਦੱਸੀ, ਕਹਿੰਦਾ ਜੇਕਰ ਇਹਨਾਂ ਦੀਆਂ ਔਰਤਾਂ ਦੇ ਵਿੱਚੋਂ ਅਣਖ ਤੇ ਗੈਰਤ ਖਤਮ ਕਰ ਦਿੱਤੀ ਜਾਵੇ, ਇਹਨਾਂ ਦੀ ਕੁੱਖ 'ਚੋਂ ਪੈਦਾ ਹੋਣ ਵਾਲੀ ਔਲਾਦ ਕਦੀ ਆਜ਼ਾਦੀ ਦੀ ਗੱਲ ਨਹੀਂ ਕਰ ਸਕੇਗੀ। ਮੇਰੀਓ ਭੈਣੋ ਖਿਆਲ ਕਰਿਓ, ਜੇਕਰ ਤੁਹਾਡੀ ਕੁੱਖ ਦੇ ਵਿੱਚੋਂ ਧਰਮ ਦੀ ਵਿਚਾਰਧਾਰਾ, ਸਿਮਰਨ, ਨਿਤਨੇਮ ਦੀਆਂ ਬਾਣੀਆਂ ਤੇ ਗੁਰਮਤ ਵਿਚਾਰਧਾਰਾ ਖਤਮ ਹੋ ਗਈ, ਤੁਹਾਡੀ ਕੁੱਖ 'ਚੋਂ ਪੈਦਾ ਹੋਣ ਵਾਲੀ ਔਲਾਦ ਕਦੀ ਵੀ ਸਿੱਖੀ ਦੀ ਗੱਲ ਨਹੀਂ ਕਰ ਸਕੇਗੀ। ਉਹ ਕਹਿੰਦਾ ਫਿਰ ਕਿਵੇਂ ਖਤਮ ਕੀਤੀ ਜਾਵੇ? ਕੀ ਪਤਾ ਲੱਗੇ ਕਿ ਕੁੱਖ ਦੇ ਵਿੱਚ ਹੁਣ ਖਤਮ ਹੋ ਗਈ ਗੈਰਤ, ਬਹਾਦਰੀ, ਦ੍ਰਿੜਤਾ। ਉਸਨੇ ਇੱਕ ਨਾਟਕ ਕੀਤਾ ਜਿਸ ਦਾ ਡਾਕਟਰ ਮੁਹੰਮਦ ਇਕਬਾਲ ਨੇ ਕੀਤਾ। ਕਹਿੰਦਾ रहेला इस कदर जालिम अदूवा कीना परवर था, निकाली उसने शाह तैमूरी की आंखें अपने खंजर से। बाद च दसदा रहेला कौन सी कादर रहेला। ਕਹਿੰਦਾ ਉਸ ਤੋਂ ਬਾਅਦ ਇੱਕ ਤਖਤ ਤੇ ਲੇਟ ਗਿਆ, ਆਪਣੇ ਬਸਤਰ ਉਤਾਰ ਦਿੱਤੇ ਤੇ ਆਪਣੀ ਸ਼ਮਸ਼ੀਰ ਨੂੰ ਬੇਮਿਆਨ ਕਰਕੇ ਛਾਤੀ ਤੇ ਰੱਖ ਲਿਆ ਤੇ ਤੈਮੂਰ ਖਾਨਦਾਨ ਦੀਆਂ ਔਰਤਾਂ ਨੂੰ ਕਹਿਣ ਲੱਗਾ ਕਿ ਮੇਰੇ ਸਾਹਮਣੇ ਨਿਰਵਸਤਰ ਹੋ ਕੇ ਨਾਚ ਕਰੋ। ਕਿਸੇ ਨੇ ਨੱਚਣਾ ਸ਼ੁਰੂ ਕੀਤਾ, ਕਿਸੇ ਨੇ ਰੋਣਾ ਸ਼ੁਰੂ ਕੀਤਾ, ਕਿਸੇ ਨੇ ਗਾਉਣਾ ਸ਼ੁਰੂ ਕੀਤਾ ਤੇ ਕਾਫੀ ਚਿਰ ਇਹ ਨਾਟਕ ਚੱਲਦਾ ਰਿਹਾ। ਥੋੜੇ ਚਿਰ ਬਾਅਦ ਉਸਨੇ ਆਪਣੀ ਸ਼ਮਸ਼ੀਰ ਨੂੰ ਮਿਆਨ ਦੇ ਵਿੱਚ ਪਾਇਆ ਤੇ ਉੱਠ ਕੇ ਬੈਠ ਗਿਆ। ਕਹਿੰਦਾ ਮੇਰਾ ਮਸਨਦ पे सो जाना बनावट थी तकल्लुफ था कि गफलत दूर है शाहे सफर अराने लश्कर से। तैमूर खानदान ਦੀਆਂ ਬੱਚਿਓ, ਮੇਰਾ ਇਸ ਤਖਤ ਦੇ ਉੱਪਰ ਲੇਟਣਾ ਇੱਕ ਡਰਾਮਾ ਸੀ, ਇੱਕ ਨਾਟਕ ਸੀ, ਕਿਉਂਕਿ ਮੈਦਾਨੇ ਜੰਗ 'ਚ ਜੂਝਣ ਵਾਲੀਆਂ ਕੌਮਾਂ ਦੇ ਜਰਨੈਲ ਕਦੀ ਵੀ ਬੇਹੋਸ਼ੀ ਦੀ ਨੀਂਦ ਨਹੀਂ ਸੌਂਦੇ। ਇਹ ਮਕਸਦ था मेरा इनमें कोई तैमूर की बेटी मुझे गाफिल समझकर मार डाले मेरे खंजर से। ਮੇਰਾ ਤੇ ਨਿਸ਼ਾਨਾ ਇਹ ਸੀ ਕਿ ਤੁਹਾਡੇ ਚੋਂ ਕਿਸੇ ਇੱਕ ਵੀ ਬੱਚੀ ਦੇ ਵਿੱਚ ਅਣਖ ਬਚੀ ਹੋਈ ਨਾ ਤੇ ਮੈਨੂੰ ਸੁੱਤਾ ਸਮਝ ਕੇ ਮੇਰੀ ਛਾਤੀ ਤੋਂ ਮੇਰੀ ਤਲਵਾਰ ਚੁੱਕ ਕੇ ਮੇਰਾ ਸਿਰ ਮੇਰੇ ਧੜ ਤੋਂ ਜੁਦਾ ਕਰ ਦੇਵੇਗੀ। ਮਗਰ ਜੇ ਰਾਜ ਖੁੱਲ ਗਿਆ ਜਮਾਨੇ ਭਰ ਸੇ ਗੈਰਤ ਨਾਮ ਹੈ ਜਿਸਕਾ ਗਈ ਤੈਮੂਰ ਕੇ ਘਰ ਸੇ। ਪਰ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਤੁਹਾਡੀ ਕੁੱਖ ਚੋਂ ਪੈਦਾ ਹੋਣ ਵਾਲੀ ਔਲਾਦ ਕਦੀ ਆਜ਼ਾਦੀ ਦੀ ਗੱਲ ਨਹੀਂ ਕਰ ਸਕੇਗੀ। ਉਹੀ ਗੱਲ ਹੋਈ ਸ਼ਾਹ ਆਲਮ ਦੂਜੇ ਤੋਂ ਬਾਅਦ ਕਦੀ ਵੀ ਮੁਸਲਮਾਨਾਂ ਨੇ ਰਾਜ ਨਹੀਂ ਕੀਤਾ, ਕਿਉਂਕਿ ਔਰਤ ਦੀ ਕੁੱਖ ਦੇ ਵਿੱਚੋਂ ਬਹਾਦਰੀ ਖਤਮ ਹੋ ਗਈ, ਔਰਤ ਦੀ ਕੁੱਖ ਦੇ ਵਿੱਚੋਂ ਦ੍ਰਿੜਤਾ ਖਤਮ ਹੋ ਗਈ। ਇਸੇ ਕਰਕੇ ਔਰਤ ਨੂੰ ਬੱਚੇ ਦੀ ਧਾਰਮਿਕ ਪਹਿਲੀ ਗੁਰੂ ਕਿਹਾ ਜਾਂਦਾ। ਕਿਉਂ? ਕਿਉਂਕਿ ਤੁਹਾਡੀ ਕੁੱਖ ਦੇ ਵਿੱਚੋਂ ਬੱਚੇ ਦੇ ਧਾਰਮਿਕ ਸੰਸਕਾਰ ਜਿਹੜੇ ਨੇ ਉਹ ਲੈਣੇ ਤੇ ਮਾਫ ਕਰਨਾ। ਅੱਜ ਸਾਡਾ ਸਾਰਾ ਜ਼ੋਰ ਇਸ ਗੱਲ ਤੇ ਲੱਗ ਰਿਹਾ ਹੈ ਕਿ ਧਾਰਮਿਕ ਸੰਸਕਾਰਾਂ ਦੀ, ਨਿਤਨੇਮ ਦੀ, ਅੰਮ੍ਰਿਤ ਵੇਲੇ ਦੀ ਅਹਿਮੀਅਤ ਨੂੰ ਖਤਮ ਕੀਤਾ ਜਾਵੇ, ਔਰ ਅਸੀਂ ਉਸ ਸਾਜ਼ਿਸ਼ ਦੇ ਸ਼ਿਕਾਰ ਹੁੰਦੇ ਜਾ ਰਹੇ ਹਾਂ। ਖੈਰ, ਇਹ ਜਿਹੜਾ ਕਾਦਰ रहेला ਸੀ, ਜ਼ਾਬਤਾ ਖਾਨ ਦਾ ਬੇਟਾ ਸੀ, ਇਹਨੇ ਵੀ ਅੰਮ੍ਰਿਤ ਛਕ ਲਿਆ, ਇਹ ਪਿਆਰਾ ਸਿੰਘ ਬਣ ਗਿਆ। ਇਸੇ ਕਰਕੇ ਪਿਤਾ ਪੁੱਤਰ ਦੇ ਬਾਰੇ ਇੱਕ ਕਹਾਵਤ ਮਸ਼ਹੂਰ ਹੋ ਗਈ, ਐਸਾ ਏਕ ਗੁਰੂ ਕਾ ਚੇਲਾ ਆਧਾ ਸਿੱਖ ਆਧਾ रहेला। ਬਾਕੀ ਸਾਰੇ ਪਰਿਵਾਰ ਤਾਂ रहेले ਰਹੇ, ਪਿਤਾ ਤੇ ਪੁੱਤਰ ਜਿਹੜੇ ਸੀ ਇਹ ਸਿੱਖ ਬਣ ਗਏ। ਉਸ ਤੋਂ ਬਾਅਦ 15 ਵਾਰ ਸਿੱਖਾਂ ਨੇ ਦਿੱਲੀ ਨੂੰ ਫਤਿਹ ਕੀਤਾ ਹੈ। 1783 ਦੇ ਵਿੱਚ 1783 ਤੱਕ ਦਿੱਲੀ ਨੂੰ ਫਤਿਹ ਕਰਨ ਦੀਆਂ ਜਿਹੜੀਆਂ ਨੀਤੀਆਂ ਨੇ ਸਰਦਾਰ ਬਘੇਲ ਸਿੰਘ ਦੀਆਂ ਬੜੀਆਂ ਅਹਿਮ ਨੇ। ਪਹਿਲੀ ਵਾਰ ਫੌਜ ਲੈ ਕੇ ਸ਼ਾਦਰੇ ਨੂੰ ਫਤਿਹ ਕੀਤਾ। ਦੋ ਉਸ ਦੇ ਕਾਰਨ ਸੀ। ਇੱਕ ਤਾਂ ਇਹ ਪਤਾ ਲੱਗ ਜਾਵੇ ਕਿ ਦਿੱਲੀ ਦੇ ਹਾਕਮ ਕਿੰਨੇ ਕੁ ਕਾਬਲ ਨੇ ਮੇਰੀ ਵਿਰੋਧਤਾ ਕਰਨ ਦੇ। ਦੂਜਾ ਇਹ ਕਿ ਇਹ ਪਤਾ ਲੱਗ ਜਾਵੇ ਦਿੱਲੀ ਦੀ ਆਮ ਜਨਤਾ ਮੇਰੀ ਹਮਾਇਤ ਦੇ ਵਿੱਚ ਹੈ ਜਾਂ ਮੇਰੀ ਵਿਰੋਧ ਦੇ ਵਿੱਚ ਹੈ। ਤੇ ਤੀਸਰਾ ਕਾਰਨ ਸੀ ਕਿ ਜੇ ਮੈਂ ਛੋਟੇ ਇਲਾਕੇ ਦੇ ਵਿੱਚ ਸ਼ਾਦਰੇ 'ਚ ਕਬਜ਼ਾ ਕਰਕੇ ਲੋਕਾਂ ਦੇ ਨਾਲ ਆਪਣਾ ਰਸੂਖ ਤੇ ਆਪਣਾ ਪਿਆਰ ਬਣਾਉਂਗਾ, ਉਹ ਲੋਕੀ ਮੈਨੂੰ ਚੰਗਾ ਹਾਕਮ ਸਮਝਣਗੇ। ਇਹਨਾਂ ਤਿੰਨ ਕਾਰਨਾਂ ਨੂੰ ਲੈ ਕੇ ਪਹਿਲਾ ਹਮਲਾ ਸ਼ਾਦਰੇ ਤੇ ਕੀਤਾ ਗਿਆ, ਉਹਨੂੰ ਫਤਿਹ ਕੀਤਾ ਗਿਆ। ਦੂਸਰੀ ਵਾਰ ਅਜਮੇਰੀ ਗੇਟ ਦੇ ਇਲਾਕੇ ਨੂੰ ਫਤਿਹ ਕੀਤਾ ਗਿਆ। ਤੀਸਰੀ ਵਾਰ 40,000 ਫੌਜ ਲੈ ਕੇ 5,000 ਫੌਜ ਦਾ ਪੜਾ ਮਜਨੂ ਟਿੱਲਾ ਜਿੱਥੇ ਗੁਰਦੁਆਰਾ ਉੱਥੇ ਕੀਤਾ ਗਿਆ। 5,000 ਫੌਜ ਦਾ ਪੜਾ ਅਜਮੇਰੀ ਗੇਟ ਕੀਤਾ ਗਿਆ ਤੇ 30,000 ਫੌਜ ਪੁਰਾਣੀ ਸਬਜ਼ੀ ਮੰਡੀ ਦੇ ਲਾਗੇ, ਜਿਸ ਨੂੰ ਅੱਜ 30,000 ਹੀ ਕਿਹਾ ਜਾਂਦਾ ਹੈ, ਉਹ ਤੁਹਾਡੇ ਵਡੇਰਿਆਂ ਦੀ ਜਗ੍ਹਾ ਜਿੱਥੇ ਅਦਾਲਤ ਹੈ। 30,000 ਦੀ ਜਗ੍ਹਾ ਤੇ ਸਰਦਾਰ ਬਘੇਲ ਸਿੰਘ ਦੀ ਤੇ ਜੱਸਾ ਸਿੰਘ ਆਲੂਵਾਲੀਆ ਦੀ 30,000 ਫੌਜ ਨੇ ਉੱਥੇ ਡੇਰਾ ਕੀਤਾ। ਦਿੱਲੀ ਦੇ ਕਿਲੇ ਦੇ ਉੱਪਰ ਹਮਲਾ ਕੀਤਾ ਗਿਆ। ਪਹਿਲੇ ਹਮਲੇ ਦੇ ਵਿੱਚ ਹੀ ਬੇਸ਼ੱਕ ਕੋਸ਼ਿਸ਼ ਕੀਤੀ ਕਿ ਅਬਦੁਲ ਕਾਸਮ ਵੱਲੋਂ ਮੁਕਾਬਲਾ ਕਰਨ ਦੀ, ਮਾਰਿਆ ਗਿਆ। ਸਿੱਖਾਂ ਨੇ ਦਿੱਲੀ ਦੇ ਕਿਲੇ ਤੇ ਕਬਜ਼ਾ ਕੀਤਾ। ਅੱਜ ਵੀ ਅਸੀਂ ਫਤਿਹ ਦਿਵਸ ਮਨਾਉਂਦੇ, ਝੂਠੀਆਂ ਜੀਆਂ ਬਸ਼ਕਾਂ ਕਰਦੇ ਕਬਜ਼ਾ ਕਰਨ ਦੀਆਂ, ਪਰ ਉਹ ਕਬਜ਼ਾ ਸਾਡਾ ਆਜ਼ਾਦ ਕਬਜ਼ਾ ਸੀ। ਖਾਲਸੇ ਦੇ ਖਾਲਸਾ ਹੀ ਨਿਸ਼ਾਨ ਸਾਹਿਬ ਲਹਿਰਾ ਦਿੱਤਾ।
ਦੀਵਾਨੇ ਆਮ ਤੇ ਕਬਜ਼ਾ ਕੀਤਾ ਤੇ ਸ਼ਾਹ ਆਲਮ ਦੂਜਾ ਲੁਕ ਕੇ ਆਪਣੇ ਕਮਰੇ ਦੇ ਵਿੱਚ ਬੈਠ ਗਿਆ, ਬਾਹਰ ਨਾ ਨਿਕਲਿਆ। ਅਖੀਰ ਸਰਦਾਨੇ ਦੀ ਰਹਿਣ ਵਾਲੀ ਸਮਰੂ ਬੇਗਮ ਨੂੰ ਬੁਲਾਇਆ ਗਿਆ। ਸਮਰੂ ਬੇਗਮ ਵੀ ਕਦੀ ਬਘੇਲ ਸਿੰਘ ਦੇ ਖਿਲਾਫ ਲੜੀ ਸੀ। ਇਸਨੇ ਨਕਾਬ ਪਹਿਨਿਆ ਹੋਇਆ ਸੀ। ਜਦੋਂ ਬਘੇਲ ਸਿੰਘ ਵਾਰ ਕਰਨ ਲੱਗਾ, ਇਹਦੇ ਵਾਲ ਖੁੱਲ ਗਏ। ਬਘੇਲ ਸਿੰਘ ਨੇ ਕਿਹਾ, ਮੇਰੇ ਗੁਰੂ ਦਾ ਹੁਕਮ ਸੀ ਔਰਤ ਤੇ ਵਾਰ ਨਹੀਂ ਕਰਨਾ, ਬੇਸ਼ੱਕ ਮੇਰੀ ਦੁਸ਼ਮਣ ਬਣ ਕੇ ਮੈਨੂੰ ਮਾਰਨਾ ਹੀ, ਤੂੰ ਮੇਰੀ ਭੈਣ ਹੈ। ਇਸ ਕਰਕੇ ਉਹ ਬਘੇਲ ਸਿੰਘ ਦੀ ਇੱਜ਼ਤ ਕਰਦੀ ਸੀ। ਸਮਰੂ ਬੇਗਮ ਨੂੰ ਸ਼ਾਹ ਆਲਮ ਦੂਜੇ ਨੇ ਮੰਗਾਇਆ ਤੇ ਮੰਗਾ ਕੇ ਉਸਨੇ ਕਿਹਾ ਕਿ ਸਿੱਖਾਂ ਦੇ ਨਾਲ ਮੇਰੀ ਸਮਝੌਤਾ ਕਰਵਾ ਦੇ, ਮੇਰੀ ਸੰਧੀ ਕਰਾ ਦੇ। ਉਹਨੇ ਦੋ ਸ਼ਰਤਾਂ ਰੱਖੀਆਂ, ਇੱਕ ਮੈਨੂੰ ਲਾਲ ਕਿਲੇ ਚੋਂ ਬਾਹਰ ਨਾ ਕੱਢੋ, ਮੈਨੂੰ ਇੱਥੇ ਰਹਿਣ ਦਿਓ, ਤੇ ਦੂਜੀ ਗੱਲ ਮੈਨੂੰ ਕਤਲ ਨਾ ਕਰੋ। ਤੇ ਸਿੱਖਾਂ ਨੇ ਅੱਗੋਂ ਬੜੀ ਨੀਤੀ ਦੇ ਨਾਲ ਚਾਰ ਸ਼ਰਤਾਂ ਰੱਖ ਦਿੱਤੀਆਂ। ਪਹਿਲੀ ਸ਼ਰਤ ਸੀ ਕਿ ਜਿਸ ਜਗ੍ਹਾ ਤੇ ਉੱਪਰ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ ਹੈ, ਉਹ ਇਲਾਕੇ ਸਿੱਖਾਂ ਦੇ ਹੋਣ। ਦੂਸਰੀ ਸ਼ਰਤ ਸੀ, ਉਹਨਾਂ ਜਗ੍ਹਾ ਦੇ ਉੱਪਰ ਅਸੀਂ ਧਾਰਮਿਕ ਇਮਾਰਤਾਂ ਉਸਾਰਾਂਗੇ, ਦਿੱਲੀ ਸਰਕਾਰ ਉਹਨਾਂ ਦੇ ਵਿੱਚ ਕੋਈ ਵੀ ਦਖਲ ਨਹੀਂ ਦੇਵੇਗੀ। ਤੀਜੀ ਗੱਲ ਸੀ ਕਿ ਜਿਹੜਾ ਦਿੱਲੀ ਦਾ ਟੋਟਲ ਮਾਮਲਾ ਆਉਂਦਾ ਹੈ, ਉਹਦੇ 1 ਰੁਪਈਏ ਦੇ ਵਿੱਚੋਂ 6 ਆਨੇ, ਭਾਵ ਕਿ ਰੁਪਈਏ ਦੇ ਵਿੱਚੋਂ 37.5% ਹਿੱਸਾ ਜਿਹੜਾ ਉਹ ਖਾਲਸਾ ਪੰਥ ਨੂੰ ਜਾਵੇਗਾ। ਤੁਸੀਂ ਹੈਰਾਨ ਹੋਵੋਗੇ, 1783 ਚ ਦਿੱਲੀ ਫਤਿਹ ਕੀਤੀ ਹੈ। ਤੁਹਾਡੇ ਨੇੜੇ ਦੇ ਪਿੰਡ 1802 ਤੱਕ ਸਰਦਾਰ ਬਘੇਲ ਸਿੰਘ ਜਿਉਂਦਾ ਰਿਹਾ ਹੈ, ਔਰ ਉਹਦੇ ਜਿਉਂਦੇ ਤੱਕ ਦਿੱਲੀ ਦੇ ਹਾਕਮ ਨਜ਼ਰਾਨਾ ਭੇਜਦੇ ਰਹੇ ਨੇ। 36.5% ਜਿਉਂਦੇ ਤੱਕ ਨਜ਼ਰਾਨਾ ਭੇਜਿਆ ਜਾਂਦਾ ਰਿਹਾ। ਖੈਰ, ਇੱਕ ਵੱਖਰਾ ਵਿਸ਼ਾ ਹੈ ਉਹ। ਉਸ ਤੋਂ ਬਾਅਦ ਚੌਥੀ ਸ਼ਰਤ ਸੀ ਕਿ ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਵਾਸਤੇ ਮੇਰੀ 4000 ਫੌਜ ਦਿੱਲੀ 'ਚ ਰਹੇਗੀ ਤੇ ਉਹਦਾ ਖਰਚਾ ਹਿੰਦੁਸਤਾਨ ਦਾ ਬਾਦਸ਼ਾਹ ਦੇਵੇਗਾ। ਚਾਰੇ ਸ਼ਰਤਾਂ ਮਨਜ਼ੂਰ ਕੀਤੀਆਂ ਗਈਆਂ। ਜਗ੍ਹਾ ਦੀ ਸ਼ਨਾਖਤ ਕੀਤੀ ਗਈ। ਬਾਕੀ ਜਗ੍ਹਾ ਦੀ ਸ਼ਨਾਖਤ ਤਾਂ ਬਹੁਤ ਸੌਖੀ ਹੋ ਗਈ। ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਸੀ, ਉਸ ਜਗ੍ਹਾ ਦੀ ਸ਼ਨਾਖਤ ਇੱਕ ਮਾਸ਼ਕੀ ਦੀ ਬੇਟੀ ਨੇ ਕਰਵਾਈ। ਉਹ ਉਸ ਮਾਸ਼ਕੀ ਦੀ ਬੇਟੀ ਜਾਂ ਪੁੱਤਰੀ ਸੀ ਜਿਸ ਮਾਸ਼ਕੀ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਉਸ ਥੜੇ ਨੂੰ ਧੋਤਾ ਸੀ। ਸ਼ਨਾਖਤ ਕਰਵਾ ਕੇ ਉਸ ਜਗ੍ਹਾ ਦੇ ਉੱਪਰ ਸਰਦਾਰ ਬਘੇਲ ਸਿੰਘ ਨੇ ਕਬਜ਼ਾ ਕੀਤਾ ਔਰ 7 ਗੁਰਦੁਆਰੇ, ਮਜਨੂ ਕਾ ਟਿੱਲਾ, ਮੋਤੀ ਬਾਗ, ਮਾਤਾ ਸੁੰਦਰੀ ਦੀ ਯਾਦ ਦੇ ਵਿੱਚ ਸੀਸਗੰਜ, ਰਕਾਬਗੰਜ, ਬੰਗਲਾ ਸਾਹਿਬ, ਨਾਨਕ ਪਿਆਓ, ਇਹ ਜਿਹੜੇ 7 ਗੁਰਦੁਆਰੇ ਸੀ, ਇਹਨਾਂ ਦੀ ਸੇਵਾ ਸਰਦਾਰ ਬਘੇਲ ਸਿੰਘ ਨੇ ਕੀਤੀ। ਉਸ ਤੋਂ ਬਾਅਦ ਸਰਦਾਰ ਬਘੇਲ ਸਿੰਘ ਇਸ ਹਰਿਆਣੇ ਪਿੰਡ ਦੇ ਵਿੱਚ ਆ ਗਏ, ਜਿੱਥੇ 1802 ਦੇ ਵਿੱਚ ਉਹਨਾਂ ਦੀ ਸ਼ਹਾਦਤ ਹੋ ਗਈ। ਹੁਣ ਅਸੀਂ ਫਿਰ ਸਿੱਖ ਕੌਮ ਦੇ ਜਰਨੈਲਾਂ ਦੀ ਨੀਤੀ ਨੂੰ, ਜਿਹੜਾ ਮੇਰਾ ਵਿਸ਼ਾ ਸੀ, ਉੱਥੇ ਆ ਜਾਈਏ। ਸਰਦਾਰ ਬਘੇਲ ਸਿੰਘ ਨੇ ਸ਼ਹਾਦਤ ਹੋ, ਉਹਨਾਂ ਦੀ ਅਕਾਲ ਚਲਾਣਾ ਕਰਕੇ ਬਿਮਾਰ ਹੋਣ ਤੋਂ ਬਾਅਦ ਅਬਦਾਲੀ ਦੀ ਜਿਹੜੀ ਉਹ ਤੋਪ ਸੀ, ਜਿਸ ਦਾ ਨਾਮ ਉਸਨੇ ਜਮਜਮਾ ਰੱਖਿਆ ਸੀ, ਉਹ ਸਿੱਖਾਂ ਦੇ ਹੱਥ ਸੀ, ਭੰਗੀ ਮਿਸਲ ਦੇ ਕੋਲ। ਜਿਸ ਲਈ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਰਾਜ ਨੂੰ ਸਥਾਪਿਤ ਕੀਤਾ ਹੈ। ਬੇਸ਼ੱਕ ਭੰਗੀ ਮਿਸਲ ਦੇ ਸਰਦਾਰ ਵੀ ਸਾਹਿਬ ਸਿੰਘ ਭੰਗੀ ਹੁਣੀ ਰਣਜੀਤ ਸਿੰਘ ਹੁਣਾਂ ਦੇ ਨਾਲ ਆ ਗਏ, ਤੇ ਹਰੀ ਸਿੰਘ ਨਲੂਆ, ਸਰਦਾਰ ਕਾਲੀ ਫੂਲਾ ਸਿੰਘ, ਸਰਦਾਰ ਸ਼ਾਮ ਸਿੰਘ ਅਟਾਰੀ, ਨਿਧਾਨ ਸਿੰਘ ਪੰਜਹੱਠਾ, ਨਿਹਾਲ ਸਿੰਘ ਅਟਾਰੀ, ਇਹ ਸਾਰੇ ਉਹਨਾਂ ਦੇ ਜਰਨੈਲ ਸੀ। ਨਿਹਾਲ ਸਿੰਘ ਅਟਾਰੀ ਜਿਹੜਾ, ਇਹ ਸਰਦਾਰ ਗੌਹਰ ਸਿੰਘ ਦਾ ਬੇਟਾ ਸੀ। ਗੌਹਰ ਸਿੰਘ ਦੇ ਪਿਤਾ ਦਾ ਨਾਮ ਧੀਰਾ ਸੀ, ਉਸ ਦੇ ਪਿਤਾ ਦਾ ਨਾਮ ਮੂਲ ਚੰਦ ਸੀ, ਔਰ ਪਿੱਛੋਂ ਇਹ ਪਟਨੇਰ ਦੇ ਇਲਾਕੇ ਚੋਂ ਆਏ ਸੀ। ਪੱਟੀ ਸਿੱਧੂ ਤੇ ਬਰਾੜਾਂ ਦੇ ਖਾਨਦਾਨ ਦੇ ਵਿੱਚੋਂ ਇਹਨਾਂ ਦਾ ਸੰਬੰਧ ਸੀ। ਬਿਲਕੁਲ ਉਸੇ ਤਰ੍ਹਾਂ ਦੇ ਨਾਲ ਜਦੋਂ ਤੁਸੀਂ ਕਿਤੇ H. A. ਹਿਊਜ਼ ਦੀ ਇੱਕ ਕਿਤਾਬ ਦਾ ਗਲੋਸਰੀ ਆਫ ਟ੍ਰਾਈਬਸ ਐਂਡ ਕਾਸਟ ਆਫ ਪੰਜਾਬ ਪੜ੍ਹਦੇ ਹੋ, ਜਿਸ ਤਰ੍ਹਾਂ ਰੰਧਾਵੇ ਜਿਹੜੇ ਨੇ ਉਹ ਵੀ ਪੱਟੀ ਰਾਜਪੂਤਾਂ ਦੇ ਸੂਰਜਵੰਸ਼ੀ ਨੇ, ਇਸੇ ਤਰ੍ਹਾਂ ਇਹ ਜਿਹੜੀਆਂ ਬਰਾਦਰੀਆਂ ਬਣੀਆਂ ਨੇ, ਉਹਦੇ ਵਿੱਚ ਵੇਖੀਏ ਤਾਂ ਇਹ ਸਿੱਧੂ ਤੇ ਬਰਾੜਾਂ ਦੇ ਨਾਲ ਆਪਣੇ ਆਪ ਨੂੰ ਜੋੜ ਕੇ ਵੇਖਦੇ ਨੇ। ਨਿਹਾਲ ਸਿੰਘ ਅਟਾਰੀ ਦਾ ਬੇਟਾ ਸਰਦਾਰ ਸ਼ਾਮ ਸਿੰਘ ਅਟਾਰੀ, ਮਹਾਰਾਜਾ ਰਣਜੀਤ ਸਿੰਘ ਜਿਸ ਵੇਲੇ ਰਾਜ ਸਥਾਪਿਤ ਕਰਦਾ ਹੈ, ਸਾਹਿਬ ਸਿੰਘ ਭੰਗੀ ਦੀ ਮਿਸਲ ਦੇ ਵਿੱਚ ਉਹ ਤੋਪ ਹੈ ਜਿਹੜੀ ਅਬਦਾਲੀ ਨੇ ਬਣਾਈ ਸੀ, ਜਿਹੜੀ ਕੱਲ ਦੇ ਦਿਨ ਸਿੱਖਾਂ ਦੇ ਖਿਲਾਫ ਵਰਤੀ ਗਈ ਸੀ। ਅਖੀਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਦੇ ਉੱਪਰ ਹਮਲਾ ਕੀਤਾ। ਮੁਜ਼ੱਫਰ ਖਾਨ ਨੇ 9 ਲੱਖ ਰੁਪਇਆ ਨਜ਼ਰਾਨਾ ਦੇ ਕੇ ਰਣਜੀਤ ਸਿੰਘ ਦੀ ਅਧੀਨਗੀ ਸਵੀਕਾਰ ਕੀਤੀ। ਦੂਜੀ ਵਾਰੀ ਫਿਰ ਬਾਗੀ ਹੋ ਗਿਆ, ਨਜ਼ਰਾਨਾ ਨਾ ਦਿੱਤਾ। ਦੂਜੇ ਸਾਲ ਫਿਰ ਹਮਲਾ ਕੀਤਾ, ਫਿਰ ਪ੍ਰਵਾਨਗੀ ਲੈ ਲਈ। 3 ਵਾਰੀ ਉਸਨੇ ਬਿਨਾਂ ਲੜਾਈ ਕੀਤਿਆਂ ਰਣਜੀਤ ਸਿੰਘ ਨੂੰ ਨਜ਼ਰਾਨੇ ਭੇਟ ਕੀਤੇ, ਔਰ ਚੌਥੀ ਵਾਰੀ ਉਹ ਕੁਝ ਮੁਸਲਮਾਨਾਂ ਦੇ ਕਹਿਣ ਦੇ ਉੱਪਰ ਤੇ ਜਹਾਦੀਆਂ ਦੇ ਕਹਿਣ ਦੇ ਉੱਪਰ ਜਹਾਦ ਦਾ ਝੰਡਾ ਲਾ ਕੇ ਮੁਲਤਾਨ ਦੇ ਕਿਲੇ ਦੇ ਵਿੱਚ ਕਿਲਾਬੰਦੀ ਕਰਕੇ ਬੈਠ ਗਿਆ। 49 ਤੋਪਾਂ ਉਸਨੇ ਉਸ 18 ਫੁੱਟ ਦੇ ਕਿਲੇ ਦੀ ਫਸੀਲ ਦੇ ਉੱਪਰ ਬੀੜ ਦਿੱਤੀਆਂ। ਰਣਜੀਤ ਸਿੰਘ ਨੇ ਕਿਲੇ ਨੂੰ ਘੇਰਾ ਪਾ ਲਿਆ। ਆ ਤੁਸੀਂ ਕਿਤੇ ਮੇਰੇ ਵੀਰਾਂ ਨੇ ਅੰਗਰੇਜ਼ੀ ਫਿਲਮਾਂ ਵੇਖੀਆਂ ਹੋਣ, ਇੱਕ ਅੰਗਰੇਜ਼ੀ ਫਿਲਮ ਸੀ ਕਿੰਗ ਆਰਥਰ। ਕਿੰਗ ਆਰਥਰ ਦੇ ਵਿੱਚ ਇੱਕ ਹਥਿਆਰ ਵਿਖਾਇਆ ਗਿਆ, ਉਸ ਨੂੰ ਫਾਇਰ ਪੌਟ ਕਿਹਾ ਜਾਂਦਾ ਹੈ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਅਨੰਦਪੁਰ ਸਾਹਿਬ 'ਚ ਉਸ ਦੀ ਵਰਤੋਂ ਕੀਤੀ ਸੀ। ਅਗਨ ਹਾਂਡੀ ਕਿਹਾ ਜਾਂਦਾ ਉਸ ਨੂੰ। ਇੱਕ ਮਿੱਟੀ ਦੇ ਭਾਂਡੇ ਦੇ ਵਿੱਚ
ਵੜੇਵੇਂ, ਤੇਲ, ਬਰੂਦ ਔਰ ਕੁਛ ਕੰਕਰਾਂ ਪਾ ਕੇ ਉਸ ਨੂੰ, ਜਿਸ ਤਰ੍ਹਾਂ ਆਪਾਂ ਗੋਪੀਆ ਵਰਦੇ ਹੁੰਦੇ ਸੀ, ਇਸੇ ਤਰ੍ਹਾਂ ਰੱਸਿਆਂ ਦਾ ਬਣਿਆ ਹੁੰਦਾ ਇੱਕ ਚੌਕਠਾ ਲੱਕੜੀ ਦਾ, ਉਹਦੇ ਨਾਲ ਦਾਗਿਆ ਜਾਂਦਾ, ਉਸ ਨੂੰ ਅਗਨਹਾਂਡੀ ਕਿਹਾ ਜਾਂਦਾ ਹੈ। ਕਿਲੇ ਦੀ ਫਸੀਲ ਨਾ ਟੁੱਟੀ ਤੇ ਹਰੀ ਸਿੰਘ ਨਲੂਏ ਨੇ ਸਲਾਹ ਦਿੱਤੀ ਕਿ ਫਸੀਲ ਦੇ ਥੱਲੇ ਬਰੂਦ ਲਾਇਆ ਜਾਵੇ। ਜਦੋਂ ਬਰੂਦ ਲਾਇਆ ਜਾ ਰਿਹਾ ਸੀ, ਉੱਪਰੋਂ ਉਹਨਾਂ ਨੇ ਅਗਨਹਾਂਡੀ ਫਾਇਰ ਪੋਟ ਛੱਡ ਦਿੱਤਾ, ਆਪਣੇ ਬਰੂਦ ਨੂੰ ਅੱਗ ਲੱਗ ਗਈ। ਹਰੀ ਸਿੰਘ ਨਲੂਆ ਵੀ ਜ਼ਖਮੀ ਹੋ ਗਿਆ, ਨਿਧਾਨ ਸਿੰਘ ਪੰਜ ਹੱਥਾ ਵੀ ਜ਼ਖਮੀ ਹੋ ਗਿਆ ਤੇ ਸ਼ਾਮ ਸਿੰਘ ਅਟਾਰੀ ਦਾ ਪਿਓ ਸਰਦਾਰ ਨਿਹਾਲ ਸਿੰਘ ਅਟਾਰੀ ਵੀ ਜ਼ਖਮੀ ਹੋ ਗਿਆ। ਰਣਜੀਤ ਸਿੰਘ ਅੰਮ੍ਰਿਤਸਰ ਦੀ ਖਬਰ ਪਹੁੰਚੀ, ਜਰਨੈਲ ਕੀ ਹੁੰਦੇ ਨੇ ਖਿਆਲ ਕਰਿਓ। ਖਬਰ ਪਹੁੰਚੀ, ਮੁਲਤਾਨ ਨੂੰ ਨਹੀਂ ਗਿਆ। ਮਾਫ ਕਰਨਾ, ਮੈਂ ਬੜਾ ਹੈਰਾਨ ਹਾਂ, ਸਾਡੇ ਅੱਜ ਸਿੱਖ ਵਿਦਵਾਨ ਰਣਜੀਤ ਸਿੰਘ ਦੇ ਉੱਪਰ ਕਿੰਤੂ ਕਰਦੇ ਨੇ। ਜਿਹੜਾ ਘਰ ਜਨਾਨੀ ਕੋ ਗਾਲਾਂ ਖਾ ਕੇ ਆਉਂਦਾ, ਰਣਜੀਤ ਸਿੰਘ ਨੂੰ ਗਾਲਾਂ ਕੱਢਦਾ। ਤੇ ਮੈਂ ਕਹਿੰਦਾ ਹੈਰਾਨ ਹੈ ਕਿ ਕੌਮ ਦਾ ਉਹ ਜਰਨੈਲ ਜਿਸ ਨੇ 40 ਸਾਲ ਸਿੱਖਾਂ ਵਰਗੀ ਕੌਮ ਤੇ ਰਾਜ ਕੀਤਾ, 40 ਸਾਲਾਂ 'ਚ ਇੱਕ ਵਾਰੀ ਕਾਲ ਨਹੀਂ ਪਿਆ, ਇੱਕ ਵੀ ਬਗਾਵਤ ਨਹੀਂ ਹੋਈ ਤੇ ਇੱਕ ਵੀ ਬੰਦੇ ਨੂੰ ਮੌਤ ਦੀ ਸਜ਼ਾ ਨਹੀਂ ਦੇਣੀ ਪਈ ਤੇ ਇੱਕ ਵੀ ਧਾਰਮਿਕ ਦੰਗਾ ਨਹੀਂ ਹੋਇਆ ਉਸਦੇ ਰਾਜ ਦੇ ਵਿੱਚ। ਕਿਵੇਂ ਦਾ ਰਾਜ ਹੋਵੇਗਾ? ਸੋ ਉਸ ਵੇਲੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹਰਿਮੰਦਰ ਸਾਹਿਬ ਗਿਆ, ਨਤਮਸਤਕ ਹੋ ਕੇ ਅਰਦਾਸ ਕਰਕੇ ਬਾਹਰ ਆ ਰਿਹਾ, ਰਸਤੇ ਵਿੱਚ ਪਰਿਕਰਮਾ 'ਚ ਸਾਧੂ ਸਿੰਘ ਮਿਲੇ ਨੇ, ਭੰਗੀ ਮਿਸਲ ਦੇ ਮੀਤ ਜਥੇਦਾਰ। ਪਿਆਰ ਨਾਲ ਕਹਿੰਦੇ, ਰਣਜੀਤ ਸਿੰਘ ਕੀ ਗੱਲ, ਚਿਹਰੇ ਤੋਂ ਪਰੇਸ਼ਾਨ ਲੱਗਦਾ ਹੈ? ਕਹਿੰਦਾ ਹਾਂ ਜਥੇਦਾਰ ਜੀ, ਪਰੇਸ਼ਾਨੀ ਹੈ। ਮੁਲਤਾਨ ਦੇ ਕਿਲੇ ਨੂੰ ਘੇਰੇ ਪਿਆ, 3 ਮਹੀਨੇ ਹੋ ਗਏ ਨੇ, ਅਜੇ ਤੱਕ ਫਤਿਹ ਨਹੀਂ ਹੋ ਸਕਿਆ। 300 ਸਿੱਖ ਸ਼ਹੀਦ ਨੇ, ਮੇਰੀਆਂ ਸੱਜੀਆਂ ਖੱਬੀਆਂ ਬਾਹਾਂ ਟੁੱਟ ਗਈਆਂ। ਨਿਹਾਲ ਸਿੰਘ ਅਟਾਰੀ ਵੀ ਜ਼ਖਮੀ ਹੈ, ਹਰੀ ਸਿੰਘ ਨਲੂਆ ਵੀ ਜ਼ਖਮੀ ਹੈ। ਉਹ ਕਹਿੰਦੇ ਉੱਥੇ ਤੋਪ ਕਿਹੜੀ ਹੈ? ਕਹਿੰਦਾ ਸੂਰਜਮੁਖੀ ਵੀ ਉੱਥੇ ਹੈ, ਜਬਰ ਜੰਗ ਵੀ ਉੱਥੇ ਹੈ, ਜੰਗੇ ਬਿਜਲੀ ਵੀ ਉੱਥੇ ਹੈ। ਕਹਿੰਦੇ ਸਾਡੀ ਤੋਪ ਕਿਹੜੀ ਹੈ? ਉਸੇ ਤੋਪ ਦੀ ਮੈਂ ਗੱਲ ਕਰ ਰਿਹਾ, ਭੰਗੀਆਂ ਵਾਲੀ ਦੀ। ਕਹਿੰਦੇ ਜੋ ਤੁਹਾਡੀ ਮਿਸਲ ਦੇ ਵਿੱਚ ਹੈ, ਕਹਿੰਦੇ ਉੱਥੇ ਪਹੁੰਚਾਇਆ ਜਾਵੇ। ਤੋਪ ਉੱਥੇ ਪਹੁੰਚਾਈ ਗਈ। ਜਦੋਂ ਤੋਪ ਉੱਤੇ ਪਹੁੰਚੀ, ਮੁਲਤਾਨ ਦੇ ਕਿਲੇ ਦੇ ਸਾਹਮਣੇ ਤੋਪ ਰੱਖ ਕੇ ਉਸ ਤੋਪ ਦੇ ਆਤਿਸ਼ਬਾਰ ਤੋਪਚੀ ਸਿੰਘ ਨੇ ਸ਼ਿਸ਼ਟ ਲਾ ਕੇ ਦੱਸ ਦਿੱਤਾ, ਕਹਿੰਦਾ ਜੇਕਰ ਇੱਕੋ ਜਗ੍ਹਾ ਦੇ ਉੱਪਰ 20 ਗੋਲੇ ਦਾਗੇ ਜਾਣ ਤੇ ਇਸ ਕਿਲੇ ਦੀ ਕੰਧ ਦੇ ਵਿੱਚ ਪਾੜ ਪੈ ਸਕਦਾ, ਪਰ ਪਾੜ ਪੈਣ ਤੋਂ ਬਾਅਦ ਅੰਦਰ ਕੌਣ ਜਾਵੇਗਾ? ਅੰਦਰ ਤੇ ਦੁਸ਼ਮਣ ਬੈਠਾ। ਪਾੜ ਪਾ ਦੇਵਾਂਗੇ, ਅੰਦਰ ਕੌਣ ਜਾਵੇਗਾ? ਅਕਾਲੀ ਫੂਲਾ ਸਿੰਘ ਕਹਿੰਦੇ 50 ਸਿੱਖ ਲੈ ਕੇ ਮੈਂ ਅੰਦਰ ਜਾਵਾਂਗਾ, ਪਾੜ ਪਾ ਦਿਓ। ਅਗਲੀ ਘਟਨਾ ਕਿਸੇ ਸਿੱਖ ਨੇ ਨਹੀਂ ਲਿਖੀ, ਇੱਕ ਫਾਰਸੀ ਦੀ ਕਿਤਾਬ ਹੈ ਜੰਗਨਾਮਾ ਮੁਲਤਾਨ, ਲਿਖਾਰੀ ਹੈ ਉਸਦਾ ਸੈਯਦ ਗੁਲਾਮ ਚਲਾਨੀ, ਉਸਨੇ ਲਿਖ ਲਿਆ। ਕਹਿੰਦਾ ਮੈਂ ਸਿੱਖਾਂ ਦੇ ਭੇਸ 'ਚ ਸਿੱਖਾਂ ਦੀ ਫੌਜ 'ਚ ਘੁੰਮ ਰਿਹਾ ਸੀ, ਕਹਿੰਦਾ ਇੱਕ ਗੋਲਾ ਚੱਲਿਆ, ਮੁਲਤਾਨ ਦੀ ਜ਼ਮੀਨ ਹਿੱਲ ਗਈ। ਦੂਜਾ ਗੋਲਾ ਚੱਲਿਆ, ਇੰਜ ਲੱਗਾ ਜਿਵੇਂ ਸਾਰਾ ਕਿਲਾ ਢਹਿ ਢੇਰੀ ਹੋ ਜਾਵੇਗਾ, ਫਸੀਲ ਦੇ ਵਿੱਚ ਪਾੜ ਪੈ ਗਿਆ ਛੋਟਾ ਜਿਹਾ। ਤੀਜਾ ਗੋਲਾ ਚੱਲਿਆ, ਕਹਿੰਦਾ ਸਿੱਖਾਂ ਦੇ ਚਿਹਰਿਆਂ ਤੇ ਲਾਲੀਆਂ ਚੜ ਗਈਆਂ ਕਿ ਹੁਣ ਕਿਲੇ ਦੀ ਫਸੀਲ ਟੁੱਟ ਜਾਵੇਗੀ, ਅਸੀਂ ਅੰਦਰ ਜਾਵਾਂਗੇ, ਮੁਜ਼ੱਫਰ ਖਾਨ ਨੂੰ ਕਤਲ ਕਰਕੇ ਕਿਲੇ ਦੇ ਉੱਪਰ ਕਾਬਜ਼ ਹੋ ਜਾਵਾਂਗੇ। ਪਰ ਕਹਿੰਦਾ ਫਿਰ ਇੱਕਦਮ ਤੋਪ ਚੱਲਣੀ ਬੰਦ ਹੋ ਗਈ, ਸਿੱਖਾਂ ਦੇ ਵਿੱਚ ਭੱਜ ਦੌੜ ਮਚ ਗਈ। ਕਹਿੰਦਾ ਮੈਂ ਵੀ ਸਿੱਖੀ ਦੇ ਭੇਸ 'ਚ ਸੀਗਾ, ਮੈਂ ਤੋਪ ਵੱਲ ਨੂੰ ਤੁਰਿਆ ਜਾ ਰਿਹਾ, ਮੈਂ ਇੱਕ ਸਿੱਖ ਨੂੰ ਪੁੱਛਿਆ ਖਾਲਸਾ ਜੀ ਕੀ ਗੱਲ ਹੋਈ ਹੈ? ਕਹਿੰਦੇ ਇਸ ਤੋਪ ਤੇ ਬੜੀ ਆਸ ਸੀ, ਪਰ ਤੋਪ ਦਾ ਖੱਬਾ ਪਹੀਆ ਟੁੱਟ ਗਿਆ, ਅਨਬੈਲੈਂਸ ਹੋ ਕੇ ਡਿੱਗ ਪਈ ਹੈ। ਇੰਨੀ ਛੇਤੀ ਮਿਸਤਰੀ ਨਹੀਂ ਮੰਗਵਾਏ ਜਾ ਸਕਦੇ ਕਿ ਤੋਪ ਦੀ ਮੁਰੰਮਤ ਕੀਤੀ ਜਾਵੇ, ਤੇ ਉੱਪਰੋਂ ਮੁਜ਼ੱਫਰ ਖਾਨ ਦੀਆਂ 38 ਗੋਲਾਂ ਸਾਡੇ ਤੇ ਤੋਪੇ ਗੋਲੇ ਬਰਸਾ ਰਹੀਆਂ ਨੇ, ਬੜੀ ਮਾੜੀ ਹਾਲਤ ਹੈ। ਤੇ ਕਹਿੰਦਾ ਹੁਣ ਸਾਡਾ ਤੋਪਚੀ ਸਿੰਘ ਕਹਿੰਦਾ ਜੇਕਰ ਇੱਕ ਸਿੱਖ ਤੋਪ ਦੇ ਧੁਰੇ ਦੇ ਥੱਲੇ ਆਪਣਾ ਮੋਢਾ ਰੱਖੇ ਤੇ ਮੈਂ ਇੱਕ ਗੋਲਾ ਚਲਾਉਂਗਾ, ਪਰ ਇਹਦੇ ਨਾਲ ਜਿਹੜਾ ਸਿੱਖ ਮੋਢਾ ਰੱਖੇਗਾ ਤੁੰਬਾ ਹੋ ਕੇ ਉੱਡ ਜਾਵੇਗਾ। ਆ ਤੁਸੀਂ 12 ਬੋਰ ਦੀ ਬੰਦੂਕ ਦਾ ਕਾਰਤੂਸ ਚਲਾਉਂਦੇ ਹੋ ਨਾ, ਗ੍ਰਾਮਾਂ ਦੇ ਵਿੱਚ ਬਰੂਦ ਹੁੰਦਾ, ਮੋਢੇ ਨੂੰ ਝਟਕਾ ਲੱਗਦਾ, ਤੇ ਜਿਸ ਤੋਪ ਦੇ ਵਿੱਚ 21 ਕਿਲੋ ਬਰੂਦ ਪੈਂਦਾ ਹੋਵੇਗਾ ਉਹਦਾ ਝਟਕਾ ਕਿੰਨਾ ਹੋਵੇਗਾ? ਕਹਿੰਦਾ ਸਿੱਖ ਤੁੰਬਾ ਹੋ ਕੇ ਉੱਡ ਜਾਵੇਗਾ। ਜਲਾਨੀ ਕਹਿੰਦਾ ਮੈਂ ਬੜਾ ਖੁਸ਼ ਹੋਇਆ, ਕਹਿੰਦਾ ਮੈਂ ਸੋਚਿਆ ਕਹਿਣਾ ਬੜਾ ਸੌਖਾ ਹੁੰਦਾ ਹੈ ਕਿ ਅਸੀਂ ਆਪਣੇ ਗੁਰੂ ਦੇਸ਼ ਦੇ ਉੱਪਰੋਂ ਜਾਨਾਂ ਕੁਰਬਾਨ ਕਰ ਦਿੰਨੇ ਆ, ਹੁਣ ਇਹਨਾਂ ਦੇ ਤੋਪਚੀ ਨੇ ਕਿਹਾ ਕਿ ਤੁਹਾਨੂੰ ਕੱਲੇ ਨੂੰ ਮੋਢਾ ਦੇਣਾ ਪੈਣਾ। ਇਹਨਾਂ 'ਚ ਭੱਜ ਦੌੜ ਤਾਂ ਮੱਚੀ ਹੈ, ਤਾਂ ਇੱਕ ਦੂਜੇ ਨੂੰ ਖਿੱਚ ਕੇ ਲੜ ਰਹੇ ਨੇ ਕਿ ਮੋਢਾ ਦੇਣਾ ਨਹੀਂ ਚਾਹੁੰਦੇ। ਪਰ ਕਹਿੰਦਾ ਜਦੋਂ ਮੈਂ ਲਾਗੇ ਗਿਆ ਨਜ਼ਾਰਾ ਹੀ ਹੋਰ ਸੀ। ਕਹਿੰਦਾ ਜਦੋਂ ਮੈਂ ਲਾਗੇ ਗਿਆ ਤੇ ਸਿੱਖ ਇੱਕ ਦੂਜੇ ਨੂੰ ਫੜ ਕੇ ਖਿੱਚ ਰਹੇ ਸੀ, ਕੋਈ ਕਹਿ ਰਿਹਾ ਸੀ ਪਹਿਲਾ ਮੋਢਾ ਮੈਂ ਦੇਣਾ, ਦੂਜਾ ਕਹਿ ਰਿਹਾ ਸੀ ਪਹਿਲਾ ਮੋਢਾ ਮੈਂ ਦੇਣਾ, 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 ਕਹਿ ਰਿਹਾ ਸੀ ਪਹਿਲਾ ਮੋਢਾ।